वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप जी सवेर ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਖਾਲਸੇ ਦਾ ਲੜੀਵਾਰ ਇਤਿਹਾਸ ਵਾਚ ਰਹੇ ਹਾਂ, ਜੋ ਸਾਡੇ ਵਡੇਰਿਆਂ ਨੇ ਸਿੱਖ ਰਾਜ ਦੇ ਲਈ ਘਾਲਣਾ ਘਾਲੀ। ਉਹਨਾਂ ਦੀ ਉਸ ਸਮੁੱਚੀ ਘਾਲਣਾ ਨੂੰ ਆਪਾਂ ਵਾਚ ਰਹੇ ਹਾਂ ਕਿ ਕਿਵੇਂ ਕਿਵੇਂ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸਾਨੂੰ ਇਹ ਖਾਲਸਾ ਰਾਜ ਜਿਹੜਾ ਲੈ ਕੇ ਦਿੱਤਾ ਸੀ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਲਗਾਤਾਰ ਆਪ ਜੀ ਨੇ ਹੁਣ ਤੱਕ ਸਰਵਣ ਕੀਤਾ ਹੈ ਕਿ ਭਾਈ ਤਾਰੂ ਸਿੰਘ ਜੀ ਦੇ ਬਚਨਾਂ ਦੇ ਨਾਲ ਜ਼ਕਰੀਆ ਖਾਨ ਦੀ ਮੌਤ ਹੋਈ ਹੈ। ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਹਦੇ ਸਿਰ ਤੇ ਵੱਜਦੀ ਰਹੀ ਤੇ ਕਿਵੇਂ ਉਹਦੀ ਫਿਰ ਮੌਤ ਹੋ ਗਈ। ਫਿਰ ਉਸ ਤੋਂ ਬਾਅਦ ਉਹਦਾ ਪੁੱਤਰ ਜਹੀਆ ਖਾਂ ਤਖਤ ਤੇ ਬੈਠਾ, ਉਹਨੇ ਫਿਰ ਉਸੇ ਪ੍ਰਕਾਰ ਹੀ ਕਤਲੇਆਮ ਸ਼ੁਰੂ ਕਰ ਦਿੱਤਾ ਤੇ ਭਾਈ ਸੁਬੇਗ ਸਿੰਘ ਜਿਹੜੇ ਉਸ ਸਮੇਂ ਕੋਤਵਾਲ ਸਨ, ਭਾਵੇਂ ਕਿ ਉਹਨਾਂ ਨੇ ਜਦੋਂ ਕੋਤਵਾਲ ਬਣੇ ਸਾਰੇ ਹੀ ਲਾਹੌਰ ਦੇ ਵਿੱਚੋਂ ਜਿੰਨੀਆਂ ਵੀ ਚਰਖੜੀਆਂ ਆਦਿਕ ਤਸੀਹੇ ਦੇਣ ਵਾਲੀਆਂ ਚੀਜ਼ਾਂ ਸਨ ਉਹ ਚੁਕਵਾ ਦਿੱਤੀਆਂ ਤੇ ਸਿੱਖਾਂ ਦੇ ਕਤਲੇਆਮ ਜਿਹੜਾ ਉਹ ਬੰਦ ਹੋ ਗਿਆ। ਪਰ ਜਦੋਂ ਜਹੀਆ ਖਾਂ ਬੈਠਾ ਹੈ ਤਖਤ ਤੇ, ਇੱਧਰ ਖਾਲਸੇ ਨੇ ਰੋੜੀ ਸਾਹਿਬ ਦੇ ਵਿਖੇ ਜਸਪਤ ਰਾਏ, ਜੋ ਲਖਪਤ ਰਾਏ ਦਾ ਭਰਾ ਹੈ, ਉਹਦਾ ਸਿਰ ਵੱਢ ਦਿੱਤਾ ਹੈ। ਨਿਬਾਹੂ ਸਿੰਘ ਨੇ ਹਾਥੀ ਤੇ ਚੜ੍ਹ ਕੇ ਜਦੋਂ ਖਾਲਸਾ ਉੱਥੇ ਪਹੁੰਚਿਆ ਹੈ, ਇਹ ਕਹਿੰਦਾ ਹੈ ਕਿ ਤੁਸੀਂ ਇੱਥੇ ਨਾ ਰਹੋ। ਖਾਲਸੇ ਨੇ ਕਿਹਾ ਅਸੀਂ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਅਸੀਂ ਇੱਥੋਂ ਚਲੇ ਜਾਵਾਂਗੇ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ। ਪਰ ਉਹਨੇ ਜਾਣ ਬੁੱਝ ਕੇ ਪੰਗਾ ਲਿਆ ਸਿੱਖਾਂ ਦੇ ਨਾਲ ਤੇ ਜਸਪਤ ਰਾਏ ਦਾ ਸਿਰ ਜਿਹੜਾ ਉਹ ਵੱਢ ਦਿੱਤਾ ਹੈ। ਤੇ ਇਸ ਗੱਲ ਦਾ ਕਰਕੇ ਦੀਵਾਨ ਲਖਪਤ ਰਾਏ ਜਿਹੜਾ ਉਹਨੇ ਸਹੁੰ ਚੁੱਕੀ ਹੈ, ਕਹਿੰਦਾ ਕਿ ਇਹ ਗੁਰੂ ਨਾਨਕ ਖੱਤਰੀ ਦਾ ਚਲਾਇਆ ਹੋਇਆ ਧਰਮ, ਮੈਂ ਖੱਤਰੀ ਲਖਪਤ ਰਾਏ ਨੂੰ ਖਤਮ ਕਰਾਂਗਾ। ਤੇ ਉਹਨਾਂ ਚਿਰ ਕਹਿੰਦਾ ਸੀ ਮੈਂ ਆਪਣੇ ਸਿਰ ਦੇ ਉੱਤੇ ਪੱਗ ਨਹੀਂ ਰੱਖਾਂਗਾ ਜਿੰਨਾ ਚਿਰ ਮੈਂ ਸਿੱਖਾਂ ਦਾ ਮਲੀਆ ਮੇਟ ਨਾ ਕਰ ਦੇਵਾਂ, ਸਿੱਖਾਂ ਨੂੰ ਨਾਸ਼ ਨਾ ਕਰ ਦੇਵਾਂ। ਇਸੇ ਕਰਕੇ ਫਿਰ ਭਾਈ ਸੁਬੇਗ ਸਿੰਘ, ਸ਼ਹਿਬਾਜ਼ ਸਿੰਘ, ਉਹਨਾਂ ਦੀ ਸ਼ਹਾਦਤ ਆਪ ਜੀ ਨੇ ਕੱਲ ਸਰਵਣ ਕੀਤੀ ਕਿ ਕਿਸ ਪ੍ਰਕਾਰ ਉਹਨਾਂ ਨੂੰ ਚਰਖੜੀਆਂ ਦੇ ਉੱਪਰ ਚਾੜ ਕਰਕੇ ਤੇ ਸ਼ਹੀਦ ਕੀਤਾ ਗਿਆ, ਜਿਨ੍ਹਾਂ ਨੂੰ ਆਪਾਂ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਤੇ ਉਹ ਚਰਖੜੀਆਂ ਤੇ ਚੜ੍ਹਨ ਵਾਲੇ ਉਹਨਾਂ ਅਨੇਕਾਂ ਸਿੱਖਾਂ ਦੇ ਵਿੱਚੋਂ ਇਹ ਦੋ ਪਿਓ ਪੁੱਤਰ ਭਾਈ ਸਾਹਿਬ ਭਾਈ ਸੁਬੇਗ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ ਜੀ ਸਨ। ਸੋ ਇਹਨਾਂ ਦੀ ਸ਼ਹਾਦਤ ਹੋਈ ਹੈ। ਹੋਰ ਲਾਹੌਰ ਦੇ ਵਿੱਚ ਆਮ ਵਸਣ ਵਾਲੇ ਸਿੱਖਾਂ ਨੂੰ ਜਸਪਤ ਰਾਏ ਨੇ ਕਤਲ ਕਰ ਦਿੱਤਾ। ਬੜੇ ਸਿੱਖ ਜਿਹੜੇ ਆ ਉਹ ਮਾਰ ਦਿੱਤੇ ਗਏ, ਭਾਵੇਂ ਕਿ ਦੀਵਾਨ ਕੌੜਾ ਮੱਲ ਦੀ ਅਗਵਾਈ ਦੇ ਵਿੱਚ ਹੋਰ ਕਈ ਜਿਹੜੇ ਹਿੰਦੂ ਨੇ, ਲਾਹੌਰ ਦੇ ਨਾਮਵਰ ਹਿੰਦੂ, ਉਹ ਇਹਨੂੰ ਬੇਨਤੀ ਵੀ ਕਰਨ ਆਏ ਲਖਪਤ ਰਾਏ ਨੂੰ ਕਿ ਤੂੰ ਬੇਗੁਨਾਹ ਸਿੱਖਾਂ ਦਾ ਕਤਲ ਨਾ ਕਰ, ਪਰ ਨਹੀਂ ਮੰਨਿਆ। ਫਿਰ ਇਹਦਾ ਗੁਰੂ ਸੀ ਭਾਈ ਜਗਤ ਭਗਤ ਮਾਨਕ, ਇਹਨੇ ਫਿਰ ਇਹਨੂੰ ਕਿਹਾ ਕਿ ਸੋਮਵਾਰ ਦੀ ਮੱਸਿਆ ਹੈ ਤੇ ਤੂੰ ਸੋਮਵਾਰੀ ਮੱਸਿਆ ਜਿਹੜੀ ਹਿੰਦੂਆਂ ਵਾਸਤੇ ਬੜੀ ਚੰਗੀ ਹੁੰਦੀ ਹੈ ਤੇ ਤੂੰ ਸੋਮਵਾਰ ਵਾਲੇ ਦਿਨ ਦੀ ਮੱਸਿਆ ਤੇ ਇਹੋ ਜਿਹਾ ਕਤਲੇਆਮ ਨਾ ਕਰ। ਪਰ ਲਖਪਤ ਰਾਏ ਦੇ ਸਿਰ ਦੇ ਉੱਤੇ ਜਨੂਨ ਸਵਾਰ ਸੀ, ਉਹਨੇ ਫਿਰ ਵੀ ਸੋਮਵਾਰ ਵਾਲੇ ਦੇ ਦਿਨ ਹੀ ਸਿੱਖਾਂ ਦਾ ਕਤਲੇਆਮ ਨਖਾਸ ਚੌਕ, ਜਿਹਨੂੰ ਸ਼ਹੀਦਗੰਜ ਕਿਹਾ ਜਾਂਦਾ, ਉੱਥੇ ਸਿੱਖ ਫੜ ਫੜ ਕੇ ਸਾਰੇ ਹੀ ਕਤਲ ਕਰ ਦਿੱਤੇ। ਨਾਲ ਹੀ ਇਹਨੇ ਐਲਾਨ ਕਰਵਾ ਦਿੱਤਾ ਹੈ ਕਿ ਕੋਈ ਵੀ ਜਿਹੜਾ ਹੈ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਪੜ੍ਹੇ। ਜੇ ਕਿਸੇ ਨੇ ਕੋਈ ਆਮ ਗ੍ਰੰਥ ਵੀ ਪੜ੍ਹਨਾ ਹੈ ਤੇ ਉਹਨੂੰ ਪੋਥੀ ਕਿਹਾ ਜਾਵੇ, ਗ੍ਰੰਥ ਨਾ ਕਿਹਾ ਜਾਵੇ। ਤੇ ਗੁੜ ਨੂੰ ਭੇਲੀ ਜਾਂ ਰੂੜੀ ਕਿਹਾ ਜਾਵੇ, ਗੁੜ ਨਾ ਕਿਹਾ ਜਾਵੇ। ਕਿਉਂਕਿ ਗੁੜ ਕਹਿਣ ਦੇ ਨਾਲ ਗੁਰੂ ਚੇਤਾ ਆਉਂਦਾ ਹੈ। ਇਹਨੇ ਨਾਲ ਹੀ ਕਹਿ ਦਿੱਤਾ ਹੈ ਕਿ ਵਾਹਿਗੁਰੂ ਦਾ ਸ਼ਬਦ ਦਾ ਕੋਈ ਵੀ ਜਾਪ ਜਿਹੜਾ ਹੈ ਉਹ ਨਾ ਕਰੇ ਤੇ ਹੁਕਮ ਅਦੁੱਲੀ ਕਰਨ ਵਾਲੇ ਨੂੰ ਮਾਰ ਦਿੱਤਾ ਜਾਵੇਗਾ ਜਾਂ ਜਬਰੀ ਮੁਸਲਮਾਨ ਬਣਾ ਦਿੱਤਾ ਜਾਵੇਗਾ। ਤੇ ਸਿੱਖ ਧਰਮ ਦੇ ਜਿੰਨੇ ਵੀ ਗ੍ਰੰਥ ਇਹਦੇ ਹੱਥ ਲੱਗੇ ਲਖਪਤ ਰਾਏ ਦੇ, ਇਹਨੇ ਸਾਰੇ ਦੇ ਸਾਰੇ ਉਹ ਗ੍ਰੰਥ ਸਾੜ ਦਿੱਤੇ ਆ। ਹੁਣ ਸਾਧ ਸੰਗਤ ਇਸ ਤੋਂ ਅੱਗੇ ਜੋ ਗੱਲ ਚੱਲਦੀ ਹੈ ਛੋਟਾ ਘੱਲੂਘਾਰਾ, ਇਹਦੇ ਬਾਰੇ ਆਪਾਂ ਵਿਚਾਰ ਕਰਨੀ ਆ।
ਤੇ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਰਬਾ ਸੰਗਤ ਦਾ ਧੰਨਵਾਦ ਆ। ਉਹ ਆਪਾਂ ਕਲਾਸ ਦੀ ਆਰੰਭਤਾ ਕਰੀਏ। ਇੱਥੋਂ ਛੋਟਾ ਘੱਲੂਘਾਰਾ ਕਿਵੇਂ ਵਾਪਰਿਆ ਇਹਦੀ ਆਪਾਂ ਵਿਚਾਰ ਕਰਨੀ ਹੈ। ਸਾਧ ਸੰਗਤ ਇਹ ਜਿਹੜਾ ਜਸਪਤ ਰਾਏ ਸੀ ਇਹ ਵਿਹਲਾ ਹੋ ਗਿਆ ਦਿੱਲੀ ਲਾਹੌਰ ਦੇ ਵਿੱਚੋਂ ਸਿੱਖਾਂ ਨੂੰ ਕਤਲ ਕਰਕੇ। ਹੁਣ ਇਹਦਾ ਨਿਸ਼ਾਨਾ ਸੀ ਜਿਹੜੇ ਸਿੱਖ ਜਥੇਬੰਦੀਆਂ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਕਤਲ ਕਰਨ ਦਾ ਇਹਦਾ ਪੂਰਾ ਇਰਾਦਾ ਸੀ। ਸੋ ਇਹਨੇ ਕੀ ਕੀਤਾ ਹੈ ਸਾਧ ਸੰਗਤ, ਇਹਦਾ ਹੁਣ ਧਿਆਨ ਦਲ ਖਾਲਸੇ ਤੇ ਪੈ ਗਿਆ। ਤੇ ਇੰਨੇ ਚਿਰ ਨੂੰ ਜਿਹੜਾ ਦਲ ਖਾਲਸਾ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਲਾਹੌਰ ਦੇ ਵਿੱਚ ਸਿੱਖਾਂ ਦੀ ਆਮ ਸਿੱਖਾਂ ਦੀ ਕਤਲੋਗਾਰਤ ਹੁੰਦੀ ਪਈ ਹੈ, ਤੇ ਫਿਰ ਕਾਫੀ ਜਥੇ ਜਿਹੜੇ ਇੱਥੇ ਇਕੱਠੇ ਹੋਏ ਆ। ਕਾਹਨੂੰਵਾਨ ਦਾ ਛੰਭ ਹੈ, ਗੁਰਦਾਸਪੁਰ ਏਰੀਆ ਕਾਹਨੂੰਵਾਨ ਦਾ ਛੰਭ, ਜਿੱਥੇ ਛੋਟੇ ਘੱਲੂਘਾਰੇ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ। ਆਪ ਜੀ ਦਰਸ਼ਨ ਕਰ ਸਕਦੇ ਹੋ ਜਦੋਂ ਕਿਤੇ ਅੰਮ੍ਰਿਤਸਰ ਗਏ। ਜਿਨ੍ਹਾਂ ਨੇ ਕੀਤੇ ਆ ਤੇ ਵਡਭਾਗੇ ਹਨ, ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਜ਼ਰੂਰ ਉਹਨਾਂ ਗੁਰਧਾਮਾਂ ਦੇ ਵੀ ਦਰਸ਼ਨ ਜ਼ਰੂਰ ਕਰਨ। ਜਦੋਂ ਆਪਾਂ ਜਾਂਦੇ ਆ ਗੁਰਦਾਸਪੁਰ ਏਰੀਏ ਦੇ ਵਿੱਚ, ਉੱਥੇ ਕਾਹਨੂੰਵਾਨ ਦੇ ਕੋਲ ਇਹ ਸਿੱਖਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ। ਰਹੋ ਵਿਚਾਰ, ਦਲ ਖਾਲਸਾ ਉਸ ਸਮੇਂ ਕਾਹਨੂੰਵਾਨ ਦੇ ਜੰਗਲਾਂ ਦੇ ਵਿੱਚ ਸੀ। ਲੁੱਟਮਾਰ ਕਰਕੇ ਸਾਰੇ ਸਿੱਖ ਇੱਥੇ ਇਕੱਠੇ ਹੋਏ ਤੇ ਇੱਥੇ ਜਿਹੜਾ ਹੈ ਉਸ ਸਮੇਂ ਦੇ ਕਹਿੰਦੇ ਕਿ ਝੱਲ ਦੇ ਵਿੱਚ ਇੱਥੇ ਰਾਵੀ ਦਾ ਝੱਲ ਸੀ ਜਿਹਨੂੰ ਕਹਿ ਦਿੰਦੇ ਕਾਹਨੂੰਵਾਨ। ਇੱਥੇ ਜੱਸਾ ਸਿੰਘ ਆਲੂਵਾਲੀਆ, ਨੌਧ ਸਿੰਘ ਸ਼ੁਕਰਚੱਕੀਏ, ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ, ਗੁਰਦਿਆਲ ਸਿੰਘ ਡੱਲੇਵਾਲੀਆ, ਇਹਨਾਂ ਦੇ ਮੇਨ ਜਥੇ ਇੱਥੇ ਹਾਜ਼ਰ ਸਨ, ਇੱਥੇ ਇਕੱਠੇ ਹੋਏ ਸਨ। ਤੇ ਇਧਰੋਂ ਲਖਪਤ ਰਾਏ ਨੂੰ ਕਿਸੇ ਨੇ ਦੱਸ ਦਿੱਤਾ ਹੈ ਕਿ ਜਿਹੜਾ ਦਲ ਖਾਲਸਾ ਹੈ ਇਸ ਸਮੇਂ ਕਾਹਨੂੰਵਾਨ ਦੇ ਛੰਭ ਦੇ ਵਿੱਚ ਇਕੱਠਾ ਹੋਇਆ ਹੈ। ਲਖਪਤ ਰਾਏ ਨੇ ਫਿਰ ਜਿੰਨੀਆਂ ਵੀ ਤੋਪਖਾਨੇ ਸਨ, ਫੌਜ ਸੀ, ਚੌਧਰੀ ਸੀ, ਉਹ ਮਾਰੋ ਧਾੜ ਸਾਰੇ ਇਕੱਠੇ ਕਰਕੇ ਧਾੜਾਂ ਜਿਹੜੀਆਂ ਇੱਧਰ ਨੂੰ ਵਧਾ ਦਿੱਤੀਆਂ। ਤੇ ਮਾੜੇ ਕੰਬੋਕੀ ਵਾਲੇ ਜਿਹੜੇ ਸਰਦਾਰ ਸੁੱਖਾ ਸਿੰਘ, ਗੁਰਦਿਆਲ ਸਿੰਘ, ਇਹਨਾਂ ਦੇ ਜਥੇ ਇੱਥੇ ਸਨ। ਲਖਪਤ ਰਾਏ ਦੀਆਂ ਫੌਜਾਂ ਨੇ ਆਣ ਕੇ ਚਾਰੇ ਪਾਸਿਓਂ ਘੇਰਾ ਪਾ ਲਿਆ। ਦੁਆਲੇ ਤੋਪਾਂ ਜਬੂਰੇ ਬੀੜ ਦਿੱਤੇ ਗਏ ਆ। ਹੁਣ ਛੰਭ ਜਿਹੜਾ ਹੈ ਉਹਦੇ ਵਿੱਚ ਕਾਫੀ ਰੁੱਖ ਆਦਿਕ ਝਾੜੀਆਂ ਨੇ, ਸਿੱਖਾਂ ਦਾ ਪਤਾ ਵੀ ਨਹੀਂ ਲੱਗਦਾ ਅੰਦਰ ਬੈਠੇ ਕਿ ਨਹੀਂ। ਤੇ ਇਹ ਬਾਹਰੋਂ ਹੀ ਗੋਲੇ ਇਹਨਾਂ ਨੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਅੰਦਰ ਵਾਲੇ ਪਾਸੇ ਨੂੰ। ਤੇ ਸਿੰਘਾਂ ਨੂੰ ਜਦੋਂ ਪਤਾ ਲੱਗਦਾ ਕਿ ਇਧਰੋਂ ਹੁਣ ਗੋਲੇ ਚੱਲਣ ਲੱਗ ਪਏ, ਸਿੰਘ ਦੂਸਰੇ ਪਾਸੇ ਹੋ ਜਾਂਦੇ ਆ। ਉਧਰ ਜਾ ਕੇ ਲੁੱਟਮਾਰ ਕਰਦੇ ਆ, ਵੈਰੀਆਂ ਦਾ ਨੁਕਸਾਨ ਕਰਕੇ ਫਿਰ ਆਣ ਕੇ ਝੱਲ ਦੇ ਵਿੱਚ ਛੁਪ ਜਾਂਦੇ ਆ। ਇਸੇ ਤਰ੍ਹਾਂ ਇਹ ਲੜਦੇ ਲੜਾਉਂਦੇ ਰਾਵੀ ਦੇ ਨਾਲ ਦੇ ਪਹਾੜਾਂ ਨੂੰ ਹੋ ਤੁਰੇ ਆ ਸਿੱਖ ਵੀ। ਅੱਗੇ ਅੱਗੇ ਸਿੱਖ ਤੁਰੇ ਜਾਂਦੇ ਆ, ਪਿੱਛੇ ਪਿੱਛੇ ਟਿੱਡੀ ਦਲ ਜਿਹੜਾ ਹੈ ਇਹ ਲਖਪਤ ਰਾਏ ਦੀ ਫੌਜ ਇਹ ਵੀ ਪਿੱਛੇ ਪਿੱਛੇ। ਸਿੰਘਾਂ ਦੇ ਕੋਲੋਂ ਦਾਰੂ ਸਿੱਕਾ ਖਾਣਾ ਪਾਣੀ ਜਿਹੜਾ ਸੀ ਉਹ ਮੁੱਕ ਗਿਆ ਤੇ ਬੜੀ ਔਖੀ ਘੜੀ ਬਣੀ ਸਿੱਖਾਂ ਦੇ ਉੱਤੇ। ਦੇਸ਼ ਦੁਸ਼ਮਣ ਤੇ ਹੱਥ ਪੱਲੇ ਕੁਛ ਵੀ ਨਾ ਰਿਹਾ। ਝੱਲ ਵਿੱਚੋਂ ਸ਼ਿਕਾਰ ਮਾਰ ਕੇ ਜਾਂ ਦਰਖਤਾਂ ਦੇ ਪੱਤਰ ਖਾ ਕੇ ਸਿੰਘ ਜਿਹੜਾ ਸੀ ਉਹ ਗੁਜ਼ਾਰਾ ਕਰਨ ਲੱਗੇ ਆ, ਤੇ ਪਰ ਆਪਣੀ ਅਣਖ ਕਰਕੇ ਡਟੇ ਰਹੇ ਆ। ਇੱਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉੱਤੇ ਲੌਡੇ ਵੇਲੇ, ਦੁਪਹਿਰ ਦਾ ਵੇਲਾ ਹੈ, ਹੱਲਾ ਬੋਲ ਦਿੱਤਾ ਹੈ, ਪਰ ਛੇਤੀ ਹੀ ਪਛਾਣ ਵਾਂਗਾ ਮੋੜ ਕੇ ਭੱਜ ਗਏ। ਵੈਰੀ ਨੇ ਸਮਝਿਆ ਕਿ ਪਿੰਡ ਜਿਹੜੇ ਸਿੱਖ ਹਨ ਉਹ ਪਿੰਡ ਛੱਡ ਕੇ ਭੱਜ ਗਏ, ਕਿਤੇ ਦੂਰ ਨਿਕਲ ਗਏ ਆ। ਸੋ ਉਹ ਅਵੇਸਲੇ ਹੋ ਕੇ ਫਿਰ ਸੌਂ ਗਏ ਆ। ਪਰ ਰਾਤ ਵੇਲੇ, ਅੱਧੀ ਰਾਤ ਵੇਲੇ ਸਿੱਖਾਂ ਨੇ ਫਿਰ ਇਹਨਾਂ ਦੇ ਉੱਤੇ ਹਮਲਾ ਕੀਤਾ। ਜਾਣ ਕੇ ਅੱਧੀ ਰਾਤ ਨੂੰ ਫਿਰ ਹਮਲਾ ਕੀਤਾ ਤੇ ਵੈਰੀਆਂ ਦਾ ਸਾਰਾ ਸਮਾਨ ਜਿਹੜਾ ਸੀ ਖਾਣ ਪੀਣ ਵਾਲਾ ਉਹ ਚੁੱਕ ਲਿਆ। ਵੈਰੀਆਂ ਦੇ ਵਿੱਚ ਹਲਚਲ ਮਚ ਗਈ, ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦਾ ਸਮਾਂ ਨਾ ਰਿਹਾ। ਉਹਨਾਂ ਦੇ ਤਿਆਰ ਹੁੰਦਿਆਂ ਤੱਕ ਸਿੱਖ ਜਿਹੜੇ ਸਨ ਉਹ ਸੈਂਕੜਿਆਂ ਨੂੰ ਕਤਲ ਕਰਕੇ ਉਹਨਾਂ ਦੇ ਘੋੜੇ ਖੋਹ ਕੇ ਤੇ ਅੱਗੇ ਨੂੰ ਨਿਕਲ ਪਏ ਆ। ਇਸ ਹਮਲੇ ਨੇ ਵੈਰੀ ਦੀ ਫੌਜ ਨੂੰ ਬੜਾ ਬੇਹੌਸਲਾ ਕਰ ਦਿੱਤਾ ਤੇ ਫਿਰ ਇੱਧਰ ਲਖਪਤ ਰਾਏ ਨੇ ਇਨਾਮ ਦੇ ਲਾਲਚ ਦੇ ਦਿੱਤੇ ਫੌਜ ਨੂੰ, ਤੇ ਫੌਜ ਫਿਰ ਤਿਆਰ ਕਰ ਲਈ ਤੇ ਅੱਗੇ ਨਾਲੋਂ ਉਹ ਵਧੇਰੇ ਕਰੜਾਈ ਦੇ ਨਾਲ ਗੋਲਾਬਾਰੀ ਕਰਨ ਲੱਗ ਪਏ ਆ। ਸਿੰਘ ਇਹ ਛਾਪਾ ਮਾਰ ਕੇ ਝੱਲ ਵਿੱਚ ਫਿਰ ਵੜ ਜਾਂਦੇ। ਸਿੰਘਾਂ ਦਾ ਖਿਆਲ ਸੀ ਕਿ 2-4 ਦਿਨ ਖੱਪ ਖਪਾ ਕੇ ਲਖਪਤ ਰਾਏ ਵਾਪਸ ਮੁੜ ਜਾਏਗਾ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਵਾੜ ਦਾ ਛਾਪਾ ਬਣ ਕੇ ਚਿੰਬੜੇਗਾ ਤੇ ਪੱਕਾ ਇੱਥੇ ਲੱਗ ਜਾਏਗਾ, ਕਿ ਛੇਤੀ ਮਗਰੋਂ ਨਹੀਂ ਲਊਗਾ, ਇਹ ਛੇਤੀ ਮਗਰੋਂ ਨਹੀਂ ਜਾਣ ਵਾਲਾ। ਤੇ ਕਹਿੰਦੇ ਨਹੀਂ ਤੇ ਇਸੇ ਵੇਲੇ ਉਹ ਝੱਲ ਦੇ ਵਿੱਚੋਂ ਨਿਕਲ ਕੇ ਦੁਆਬੇ ਵੱਲੋਂ ਨਿਕਲ ਜਾਂਦੇ। ਸਿੰਘਾਂ ਸੋਚਿਆ ਕੀ ਪਤਾ ਇਹ ਇੱਥੇ ਰਵੇ, ਨਹੀਂ ਤੇ ਉਹਨਾਂ ਨੇ ਜੇ ਪਤਾ ਹੁੰਦਾ ਕਿ ਇਹ ਇਸ ਪ੍ਰਕਾਰ ਕਰੇਗਾ ਤੇ ਉਹਨਾਂ ਨੇ ਦੁਆਬੇ ਮਾਲਵੇ ਵੱਲੋਂ ਨਿਕਲ ਜਾਣਾ ਸੀ। ਅੱਗੇ ਅੱਗੇ ਸਿੰਘ ਆ ਤੇ ਪਿੱਛੇ ਪਿੱਛੇ ਲਖਪਤ ਰਾਏ। ਬਸੌਲੀ ਦੀਆਂ ਪਹਾੜੀਆਂ ਵੱਲ ਨੂੰ ਹੋ ਤੁਰਿਆ ਸਿੰਘ। ਸਿੰਘਾਂ ਦਾ ਖਿਆਲ ਸੀ
ਕਿ ਸ਼ਾਇਦ ਜਿਹੜੇ ਪਹਾੜੀ ਰਾਜੇ ਹਿੰਦੂ ਨੇ ਉਹ ਇਸ ਧਰਮ ਯੁੱਧ ਦੇ ਵਿੱਚ ਸਾਡਾ ਸਾਥ ਦੇਣਗੇ। ਜੋ ਮੁਗਲ ਰਾਜ ਦੀ ਗੁਲਾਮੀ ਕੋਲੋਂ ਲਾਹੁਣ ਵਾਸਤੇ ਆਰੰਭ ਕੀਤਾ ਹੋਇਆ ਹੈ, ਉਹਦੇ ਵਾਸਤੇ ਸਾਡੀ ਮਦਦ ਕਰਨਗੇ। ਪਰ ਉਹ ਸਮਝੇ ਕੁਝ ਨਾ। ਉਹਨਾਂ ਨੇ ਯਹੀਆ ਖਾਨ ਦਾ ਹਥਿਆਰ ਬਣ ਗਏ ਹਿੰਦੂ ਵੀ, ਜਿਹੜੇ ਪਹਾੜੀ ਰਾਜੇ ਸਨ। ਉਹਨਾਂ ਨੇ ਫਿਰ ਇਹ ਸੋਚਿਆ ਕਿ ਜਿਹੜਾ ਲਖਪਤ ਰਾਏ ਉਹ ਸਾਡਾ ਵੀ ਮਲੀਆ ਮੇਟ ਕਰ ਦੇਗਾ, ਤੇ ਅੱਗੋਂ ਪਹਾੜੀ ਜਿਹੜੇ ਸਨ ਉਹ ਉਹਨਾਂ ਨੇ ਲਖਪਤ ਰਾਏ ਨਾਲ ਸਾਂਝ ਗਾਂਠ ਕਰ ਲਈ। ਤੇ ਲਖਪਤ ਰਾਏ ਨੇ ਪਹਾੜੀਆਂ ਨੂੰ ਪਹਿਲੋਂ ਹੀ ਆਪਣੇ ਨਾਲ ਗੰਢ ਤੁੱਪ ਕਰਕੇ ਸਰਕਾਰ ਦਾ ਕਰੜਾ ਹੁਕਮ ਉਹਨਾਂ ਨੂੰ ਭੇਜ ਦਿੱਤਾ ਕਿ ਭਾਈ ਕੋਈ ਵੀ ਸਿੱਖ ਜਿਹੜਾ ਆ ਉਹ ਬਚ ਕੇ ਨਾ ਨਿਕਲੇ ਤੁਹਾਡੇ ਕੋਲ। ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਉਹਨੇ ਕਿਹਾ ਮੌਤ ਦੀ ਸਜ਼ਾ, ਤੇ ਸਿੱਖ ਮਾਰਨ ਵਾਲੇ ਨੂੰ ਇਨਾਮ। ਇਹ ਹੁਕਮ ਪਹਾੜੀਆਂ ਦੇ ਜਦੋਂ ਕੰਨਾਂ ਤੱਕ ਪੁੱਜਿਆ ਤੇ ਜੋ ਹਜ਼ਾਰਾਂ ਪਹਾੜੀਏ ਉੱਥੋਂ ਹਥਿਆਰ ਲੈ ਕੇ ਸਿੰਘਾਂ ਦਾ ਟਾਕਰਾ ਕਰਨ ਵਾਸਤੇ ਅੱਗੇ ਖਲੋ ਗਏ ਆ। ਸਿੰਘਾਂ ਨੇ ਸਮਝਿਆ ਕਿ ਇਹ ਸਾਡੀ ਮਦਦ ਵਾਸਤੇ ਆਏ ਆ। ਜਥੇਦਾਰਾਂ ਦਾ ਹੁਕਮ ਸੁਣ ਕੇ ਤੇ ਸਿੰਘ ਜਿਹੜੇ ਪਹਾੜਾਂ ਤੇ ਚੜ੍ਹਨ ਲੱਗੇ ਆ। ਕੁਛ ਕੁ ਹਿੰਮਤ ਕਰਕੇ ਸਿੰਘ ਜਿਹੜੇ ਆ ਬਸੋਲੀ ਦੀਆਂ ਪਹਾੜਾਂ ਤੇ ਚੜ੍ਹੇ ਤੇ ਪਹਾੜੀਆਂ ਦੀਆਂ ਧਾੜਾਂ ਵਿੱਚ ਜਾ ਵੜੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਪਹਾੜੀਆਂ ਉਹਨਾਂ ਨੂੰ ਫੜ ਲਿਆ ਤੇ ਮਗਰ ਆ ਰਹੇ ਜਿਹੜੀਆਂ ਗੋਲੀਆਂ ਉਹਨਾਂ ਨੇ ਆਰੰਭ ਕਰ ਦਿੱਤੀਆਂ ਮਾਰਨੀਆਂ। ਇੱਧਰ ਪਹਾੜੀਆਂ ਦੇ ਨਾਲ ਟੱਕਰਾ ਹੋ ਗਿਆ ਤੇ ਉਧਰੋਂ ਪਿੱਛੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਹ ਹਾਲ ਉਹਨਾਂ ਸਿੰਘਾਂ ਦਾ ਹੋਇਆ ਜੋ ਕਹਿੰਦੇ ਕਿ ਜਿਵੇਂ ਪੜੋਲ ਤੇ ਕਟੂਏ ਦਾ ਹੁੰਦਾ ਹੈ। ਪਹਾੜੀਆਂ ਤੇ ਵੀ ਚੜੇ, ਸਿੰਘਾਂ ਨੂੰ ਪਤਾ ਲੱਗਾ ਕਿ ਅਸੀਂ ਕਿੱਥੇ ਫਸ ਗਏ ਆ। ਹੁਣ ਪਹਾੜੀਏ ਉੱਤੇ ਰਾਹ ਨਹੀਂ ਦਿੰਦੇ ਪਏ, ਪਿੱਛੇ ਜਿਹੜੀ ਲਖਪਤ ਰਾਏ ਦੀ ਫੌਜ ਜਿਹੜੀ ਉਹ ਪਈ ਹੋਈ ਹੈ। ਸਿੰਘਾਂ ਨੂੰ ਪਤਾ ਨਾ ਲੱਗਾ ਕਿ ਅਸੀਂ ਕਿੱਧਰ ਨੂੰ ਫਸ ਗਏ ਆ। ਸਿੰਘ ਫਿਰ ਹੌਲੀ ਹੌਲੀ ਰਾਵੀ ਦੇ ਕੰਢੇ ਕੰਢੇ ਚੱਲਦੇ ਚੱਲਦੇ ਸੱਜੇ ਪਾਸੇ ਲਹਿੰਦੇ ਵਾਲੇ ਪਾਸੇ ਨੂੰ ਬਿਆਸਾ ਦਰਿਆ ਵੱਲ ਨੂੰ ਤੁਰੇ ਆਉਣ ਲੱਗ ਪਏ ਆ। ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ, ਪਿਛਲੇ ਪਾਸੇ ਲਖਪਤ ਰਾਏ ਦੀਆਂ ਫੌਜਾਂ, ਤੇ ਚੜ੍ਹਦੇ ਨੂੰ ਟੱਪ ਕੇ ਮਾਝੇ ਨੂੰ ਨਿਕਲ ਜਾਣ ਦੀ ਸਿੰਘਾਂ ਨੇ ਸਲਾਹ ਕੀਤੀ ਹੈ ਕਿ ਇੱਧਰ ਨੂੰ ਟੱਪ ਕੇ ਮਾਝੇ ਵੱਲ ਨੂੰ ਨਿਕਲ ਜਾਵਾਂਗੇ। ਪਰ ਦਰਿਆ ਜਿਹੜਾ ਸੀ, ਦਰਿਆ ਦੀ ਚੈੱਕ ਕਰਨ ਵਾਸਤੇ ਦਰਿਆ ਦਾ ਕਿੰਨਾ ਕੁ ਵਹਾਅ ਆ, ਤੇ ਉਹਦੇ ਵਿੱਚ ਬਿਆਸੇ ਦਰਿਆ ਦੇ ਵਿੱਚ ਆਪਣੇ ਘੋੜੇ ਸੁੱਟ ਦਿੱਤੇ ਆ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਦੋਵਾਂ ਭਰਾਵਾਂ ਨੇ ਜਦੋਂ ਘੋੜੇ ਸੁੱਟੇ ਆ ਤੇ ਉਹ ਸਵਾਰ ਜਿਹੜੇ ਦੋਵੇਂ ਭਰਾ ਨਜ਼ਰ ਨਹੀਂ ਆਏ, ਦੋਵੇਂ ਵਿਚਾਰੇ ਡੁੱਬ ਗਏ, ਉਹਦੇ ਵਿੱਚ ਹੀ ਸ਼ਹੀਦ ਹੋ ਗਏ। ਇਹਨਾਂ ਦੋਵਾਂ ਬਹਾਦਰ ਭਰਾਵਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਬਾਕੀ ਭਰਾਵਾਂ ਦੀਆਂ ਜਾਨਾਂ ਬਚਾ ਲਈਆਂ। ਤੇ ਸਿੱਖ ਸਰਦਾਰਾਂ ਨੇ ਸੋਚਾਂ ਵਿੱਚ ਪੈ ਗਏ ਆ ਕਿ ਹੁਣ ਕਿਹੜੇ ਪਾਸੇ ਹੋਈਏ। ਅੰਤ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ਼ ਕਰ ਲਿਆ ਜਾਵੇ। ਤੇ ਉਹਨਾਂ ਨੇ ਇਕੱਠੇ ਹੋ ਕੇ ਪਹਾੜੀਆਂ ਤੇ ਹਮਲਾ ਬੋਲ ਦਿੱਤਾ ਤੇ ਉਹਨਾਂ ਦੇ ਕੋਲੋਂ ਇੱਕ ਟਿੱਬਾ ਜਿਹੜਾ ਸੀ ਉਹ ਖੋਹ ਲਿਆ ਸਿੱਖਾਂ ਨੇ। ਪੈਦਲ ਤੇ ਜਿਹੜੇ ਸਨ ਉਹ ਪਹਾੜੀ ਚੜ੍ਹ ਗਏ, ਪਰ ਜਿਨ੍ਹਾਂ ਦੇ ਕੋਲ ਘੋੜੇ ਸਨ, ਅਸਵਾਰ ਸਨ, ਉਹਨਾਂ ਦੇ ਵਾਸਤੇ ਬੜੀ ਔਖ ਬਣੀ ਗਈ। ਉਹਨਾਂ ਨੇ ਘੋੜੇ ਪਹਾੜਾਂ ਉੱਤੇ ਕਿਵੇਂ ਚੜ੍ਹਨ, ਇਹ ਹਥਿਆਰਾਂ ਦੇ ਨਾਲ ਪਹਾੜ ਪੁੱਟ ਕੇ ਘੋੜਿਆਂ ਦੇ ਪੈਰ ਧਰਨ ਜੋਗੀ ਥਾਂ ਬਣਾਉਂਦੇ, ਪਰ ਕੋਈ ਵੀ ਘੋੜਾ ਤਾਂ ਨਾ ਚੜ੍ਹੇ। ਤੇ ਜੇ ਕੋਈ ਚੜ੍ਹਦਾ ਸੀ ਉਹ ਡਿੱਗ ਕੇ ਖੱਡ ਦੇ ਵਿੱਚ ਡਿੱਗ ਕੇ ਮਰ ਜਾਂਦਾ। ਉੱਚੀਆਂ ਪਹਾੜੀਆਂ ਤੇ ਉੱਤੇ ਪਹਾੜੀਆਂ ਦੇ ਮੀਂਹ ਦੇ ਵਾਂਗ ਉੱਤੋਂ ਪਹਾੜੀਏ ਗੋਲੀਆਂ ਵਰਾ ਰਹੇ ਆ। ਇੱਧਰ ਸੁੱਖਾ ਸਿੰਘ ਨੇ ਹੁਕਮ ਕੀਤਾ ਹੈ, ਮਾੜੀ ਕੰਬੋਕੇ ਵਾਲੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਸੁੱਖਾ ਸਿੰਘ ਮਾੜੀ ਕੰਬੋਕੇ ਵਾਲਿਆਂ ਨੇ ਹੁਕਮ ਕੀਤਾ ਹੈ ਖਾਲਸੇ ਨੂੰ ਕਿ ਭਾਈ ਜਾਨਾਂ ਦੀ ਪਰਵਾਹ ਨਾ ਕਰੋ, ਜਿਹੜੇ ਪੈਦਲ ਨੇ ਉਹ ਪਹਾੜੀ ਤੇ ਚੜ੍ਹ ਜਾਓ, ਤੇ ਜਿਨ੍ਹਾਂ ਦੇ ਕੋਲ ਘੋੜੇ ਹਨ ਉਹ ਇੰਜ ਕਰੋ ਕਿ ਪਿੱਛੇ ਆ ਰਹੀ ਫੌਜ ਦੇ ਨਾਲ ਟੱਕਰਾ ਲਾਓ, ਆਪਣੀ ਜਾਨ ਦੀ ਪਰਵਾਹ ਨਾ ਕਰੋ। ਜਿੰਨੇ ਮਰਦੇ ਆ ਮਾਰ ਕੇ ਤੇ ਆਪਣਾ ਰਸਤਾ ਲੱਭ ਕੇ ਹੋਰ ਪਾਸੇ ਨੂੰ ਨਿਕਲ ਜਾਓ, ਜਿਹੜੇ ਘੋੜਿਆਂ ਤੇ ਸਵਾਰ ਹੈ। ਇਸੇ ਪ੍ਰਕਾਰ ਹੋਇਆ। ਜਿਹੜੇ ਪੈਦਲ ਸਨ ਉਹ ਉੱਪਰ ਚੜ੍ਹਨ ਲੱਗ ਪਏ ਤੇ ਜਿਹੜੇ ਸਾਧ ਸੰਗਤ ਜਿਨ੍ਹਾਂ ਦੇ ਕੋਲ ਘੋੜੇ ਸਨ ਉਹ ਪਿੱਛੇ ਆ ਰਹੀ ਸੈਨਾ ਜਿਹੜੀ ਸੀ ਉਹਨੂੰ ਵੈਰੀ ਦਲ ਨੂੰ ਚੀਰ ਕੇ ਲਾਹੌਰ ਵੱਲ ਨੂੰ ਨਿਕਲਣ ਦਾ ਉਹਨਾਂ ਨੇ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਉਧਰ ਲਖਪਤ ਰਾਏ ਨੇ ਵੇਖਿਆ ਕਿ ਝੱਲ ਵਿੱਚ ਸਿੰਘ ਕਾਬੂ ਨਹੀਂ ਆਉਂਦੇ, ਸ਼ਾਹੀ ਫੌਜਾਂ ਡਰਦੀਆਂ ਝੱਲ ਵਿੱਚ ਪੈਰ ਨਹੀਂ ਸੀ ਪਾਉਂਦੀਆਂ। ਸੋ ਉਹਨੇ ਜਿੰਨਾ ਮੁਲਖਈਆ ਸੀ ਨੇੜੇ ਤੇੜੇ ਦੇ ਉਹਨਾਂ ਨੂੰ ਇਕੱਠਾ ਕਰਕੇ ਝੱਲ ਵੱਢਣ ਦਾ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ। ਰੁੱਖ ਵੱਢਣੇ ਸ਼ੁਰੂ ਕਰ ਦਿੱਤੇ ਤੇ ਝਾੜੀਆਂ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਇਹਦੇ ਵਿੱਚ ਵੀ ਕੋਈ ਸਫਲਤਾ ਪ੍ਰਾਪਤ ਨਾ ਹੋਈ, ਕਿਉਂਕਿ ਸਿੰਘ ਜਿਹੜੇ ਝੱਲ ਸਾਫ਼ ਕਰਨ ਵਾਲੇ ਬੇਲਦਾਰ ਸਨ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਉਹ ਵੀ ਪਿੱਛੇ ਨੂੰ ਭੱਜਣ ਲੱਗ ਪਏ। ਫਿਰ ਇਸ ਕੰਮ ਵਾਸਤੇ ਕੋਈ ਅੱਗੇ ਨਾ ਹੋਇਆ ਤੇ ਲਖਪਤ ਰਾਏ ਨੇ ਸਾਰੇ ਝੱਲ ਨੂੰ ਅੱਗ ਲਵਾ ਦਿੱਤੀ ਹੈ, ਸਾਰੇ ਛੰਭ ਨੂੰ ਅੱਗ ਲਵਾ ਦਿੱਤੀ ਤੇ ਨਾਲ ਹੀ ਢੰਡੋਰਾ ਪਟਾ ਦਿੱਤਾ ਕਿ ਸਿੱਖ ਦਾ ਸਿਰ ਲਿਆਉਣ ਵਾਲੇ ਨੂੰ 5 ਰੁਪਏ ਇਨਾਮ ਦਿੱਤਾ ਜਾਵੇਗਾ। ਹੁਣ ਆਪਾਂ ਇੱਥੇ
ਗੱਲ ਕਵਾਂਗੇ ਸਿਰਫ 5 ਰੁਪਏ ਇਨਾਮ ਤੇ ਸਾਧ ਸੰਗਤ ਉਦੋਂ ਕਹਿੰਦੇ ਆ ਕਿ ਜਿਹੜਾ ਕਣਕ ਦਾ ਭਾਅ ਸੀ, ਰੇਟ ਸੀ ਕਣਕ ਦਾ 4 ਆਨੇ ਤੋਂ 6 ਆਨੇ ਮਣ ਸੀ। 4 ਜਾਂ 6 ਆਨੇ ਦੀ ਮਣ ਕਣਕ ਮਿਲ ਜਾਂਦੀ ਸੀ ਤੇ ਇਸ ਕਰਕੇ ਉਸ ਸਮੇਂ 5 ਰੁਪਏ ਬੜੀ ਵੱਡੀ ਗੱਲ ਸੀ, ਬੜੀ ਵੱਡੀ ਰਕਮ ਸੀ ਤੇ 5 ਰੁਪਏ ਉਹਨੇ ਕਿਹਾ ਇਨਾਮ ਦਿੱਤਾ ਜਾਵੇਗਾ। ਇਹ ਸੁਣ ਕੇ ਵੈਰੀ ਜਿਹੜੇ ਸੀ ਫਿਰ ਸਿੰਘਾਂ ਦੇ ਵੱਲ ਨੂੰ ਕਤਲ ਕਰਨ ਵਾਸਤੇ ਸਿੰਘਾਂ ਨੂੰ ਫੇਰ ਆਪਣੇ ਤੇਜ਼ ਹੋ ਗਏ ਇਨਾਮ ਲੈਣ ਵਾਸਤੇ। ਤੇ ਇੱਧਰ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਇਹ ਵੀ ਘੋੜੇ ਤੇ ਸਵਾਰ ਸਨ ਤੇ ਇਹਨਾਂ ਨੇ ਸਿੰਘਾਂ ਨੂੰ ਲਲਕਾਰ ਕੇ ਆਖਿਆ ਕਿ ਸਿੰਘੋ ਕਿਉਂ ਜਾਨਾਂ ਲਗਾਉਂਦੇ ਫਿਰਦੇ ਹੋ, ਹੁਣ ਇਸ ਤਰ੍ਹਾਂ ਲੁਕ ਲੁਕ ਕੇ ਮਰਨ ਨਾਲੋਂ ਸਿੱਧੇ ਹੋ ਕੇ ਵੈਰੀ ਨਾਲ ਲੜ ਕੇ ਮਰੋ। ਆਓ ਮੇਰੇ ਮਗਰ ਆਓ, ਜਿਸ ਨੇ ਮਰਦਾਂ ਵਾਂਗ ਲਖਪਤ ਦੇ ਨਾਲ ਲੜਨਾ ਹੈ, ਮੇਰੇ ਮਗਰ ਆਓ। ਇਹ ਲਲਕਾਰਾ ਸੁਣ ਕੇ ਸਤਿ ਸ਼੍ਰੀ ਅਕਾਲ ਦਾ ਤੇ ਰਾਜ ਕਰੇਗਾ ਖਾਲਸੇ ਦਾ ਜਕਾਰਾ ਛੱਡ ਕੇ ਸਿੰਘ ਜਿਹੜੇ ਆ ਉਹ ਸਾਰੇ ਵੈਰੀ ਦੇ ਉੱਤੇ ਟੁੱਟ ਪਏ। ਬੜਾ ਘਮਾਸਾਨ ਦੀ ਲੜਾਈ ਹੋਈ। ਲਖਪਤ ਜੰਬੂਰੀਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਤੇ ਬੈਠਾ ਸੀ। ਸਰਦਾਰ ਸੁੱਖਾ ਸਿੰਘ ਨੇ ਸੂਹ ਕੱਢ ਕੇ ਲਖਪਤ ਉੱਤੇ ਹਮਲਾ ਕਰ ਦਿੱਤਾ ਤੇ ਹੱਲਾ ਕਰ ਕੀਤਾ ਤੇ ਸਿੰਘ ਨੂੰ ਆਉਂਦਾ ਵੇਖ ਕੇ ਲਖਪਤ ਹਾਥੀ ਤੋਂ ਉਤਰ ਕੇ ਘੋੜੇ ਤੇ ਬੈਠ ਕੇ ਨੱਸਣ ਦੀ ਸੋਚਣ ਲੱਗਾ। ਐਸ ਉਸੇ ਵੇਲੇ ਇੱਕ ਜੰਬੂਰੇ ਦਾ ਗੋਲਾ ਆਣ ਕੇ ਸੁੱਖਾ ਸਿੰਘ ਦੀ ਲੱਤ ਦੇ ਵਿੱਚ ਵੱਜਾ ਹੈ ਤੇ ਐਨ ਜਦੋਂ ਲੱਤ ਦੇ ਵਿੱਚ ਵੱਜਾ ਤੇ ਇਹਦਾ ਪੱਟ ਤੋਂ ਲੱਤ ਜਿਹੜੀ ਹੈ ਭਾਈ ਸੁੱਖਾ ਸਿੰਘ ਮਾੜੀ ਕੁੰਭਕ ਵਾਲਿਆਂ ਦੀ ਲੱਤ ਜਿਹੜੀ ਟੁੱਟ ਗਈ ਹੈ ਤੇ ਸਿੰਘ ਜਿਹੜੇ ਸਨ ਉਹਨਾਂ ਨੇ ਆਣ ਕੇ ਆਪਣੀ ਪੱਗ ਪਾੜ ਕੇ ਸਿੰਘ ਦਾ ਇਹ ਜਿਹੜਾ ਜ਼ਖਮ ਬੰਨ ਦਿੱਤਾ ਤੇ ਇਹ ਭਾਈ ਸੁੱਖਾ ਸਿੰਘ ਦੇ ਲੱਤ ਦੇ ਹੁਣ ਜ਼ਖਮ ਬੜਾ ਵੱਡਾ ਹੋ ਗਿਆ, ਪਰ ਫਿਰ ਵੀ ਇਹਨਾਂ ਨੇ ਉਸੇ ਪ੍ਰਕਾਰ ਲੜਨਾ ਸ਼ੁਰੂ ਕਰ ਦਿੱਤਾ, ਪਰ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕੇ। ਜਿਹੜਾ ਨਿਸ਼ਾਨਾ ਮਿੱਥਿਆ ਸੀ ਕਿ ਮੈਂ ਲਖਪਤ ਰਾਏ ਨੂੰ ਮਾਰ ਦੇਵਾਂਗਾ, ਪਰ ਲਖਪਤ ਰਾਏ ਤੱਕ ਪਹੁੰਚ ਨਾ ਸਕੇ ਕਿਉਂਕਿ ਇਹਨਾਂ ਦੀ ਲੱਤ ਦੇ ਉੱਤੇ ਜ਼ਖਮ ਬੜਾ ਵੱਡਾ ਹੋ ਗਿਆ ਸੀ। ਤੇ ਇੱਧਰ ਲਖਪਤ ਰਾਏ ਦੀ ਮਦਦ ਦੇ ਵਾਸਤੇ ਉਹਦਾ ਪੁੱਤਰ ਹਰਭੱਜ ਰਾਏ ਤੇ ਜਈਆ ਖਾਨ ਦਾ ਪੁੱਤਰ ਨਾਰ ਖਾਂ ਤੇ ਹੋਰ ਕਈ ਜਰਨੈਲ ਜਿਹੜੇ ਉਹਦੇ ਕੋਲ ਆ ਗਏ ਤੇ ਉਹਨੂੰ ਪ੍ਰੋਟੈਕਸ਼ਨ ਦੇ ਦਿੱਤੀ ਹੈ, ਬਚਾਅ ਕਰਨ ਵਾਸਤੇ ਅੱਗੇ ਖੜ ਗਏ। ਤੇ ਸੁੱਖਾ ਸਿੰਘ ਦੀ ਮਦਦ ਦੇ ਵਾਸਤੇ ਇੱਧਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਕਈ ਸਰਦਾਰ ਜਿਹੜੇ ਆ ਉਹ ਸਾਹਮਣੇ ਹੋਏ ਤੇ ਬੜੀ ਲਹੂ ਡੋਲਵੀਂ ਇੱਥੇ ਫਿਰ ਲੜਾਈ ਹੋਈ ਹੈ। ਇਸ ਵਿੱਚ ਸਿੱਖਾਂ ਦੇ ਨਾਲੋਂ ਕਹਿੰਦੇ ਲਖਪਤ ਰਾਏ ਦਾ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਉਹਦਾ ਪੁੱਤਰ ਜਿਹੜਾ ਸੀ ਹਰਭੱਜ ਰਾਏ ਉਹ ਵੀ ਮਾਰਿਆ ਗਿਆ ਤੇ ਸੂਬੇਦਾਰ ਜਈਆ ਖਾਨ ਦਾ ਪੁੱਤਰ ਨਾਰ ਖਾਂ ਇਹ ਵੀ ਮਾਰਿਆ ਗਿਆ। ਕਰਮ ਬਖਸ਼ ਫੌਜਦਾਰ ਸੀ ਰਸੂਲ ਨਗਰੀਆ ਤੇ ਮਖਮੂਰ ਖਾਂ, ਇਹੋ ਜਿਹੇ ਸੂਰਮੇ ਜਿਹੜੇ ਸੀ ਸਿੱਖਾਂ ਦੇ ਹੱਥੋਂ ਮਾਰੇ ਗਏ ਆ। ਸਾਰਿਆਂ ਨੇ ਜੋਸ਼ ਦੇ ਨਾਲ ਫਿਰ ਹੱਲਾ ਬੋਲਿਆ ਤੇ ਵੈਰੀਆਂ ਨੂੰ ਚੀਰ ਕੇ ਸਿੰਘ ਅੱਗੇ ਨਿਕਲ ਗਏ ਆ ਤੇ ਇਹ ਸਾਧ ਸੰਗਤ ਫਿਰ ਸਿੰਘਾਂ ਨੂੰ ਪੰਜੇ ਚੋਂ ਨਿਕਲ ਗਏ ਵੇਖ ਕੇ ਵੈਰੀਆਂ ਦੇ ਹੌਸਲੇ ਜਿਹੜੇ ਟੁੱਟ ਗਏ ਆ। ਥੋੜੀ ਦੂਰ ਜਾ ਕੇ ਸਿੰਘਾਂ ਵੀ ਜੰਗਲ ਦੇ ਵਿੱਚ ਜਾ ਕੇ ਡੇਰੇ ਲਾਏ, ਆਸਣ ਕੀਤਾ ਹੈ ਤੇ ਰਾਤ ਨੂੰ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ, ਬਹਾਦਰੋ ਅਸੀਂ ਵੈਰੀ ਦੇ ਘੇਰੇ ਚੋਂ ਨਿਕਲ ਆਏ ਆ, ਪਰ ਭਲਕੇ ਉਹ ਫੇਰ ਸਾਡਾ ਪਿੱਛਾ ਕਰਨਗੇ। ਅਸੀਂ ਨਿਕਲ ਤੇ ਆਏ ਆ ਪਰ ਸਾਡਾ ਸਵੇਰੇ ਉਹਨਾਂ ਨੇ ਫੇਰ ਪਿੱਛਾ ਕਰਨਾ ਹੈ ਤੇ ਸਾਡਾ ਰਸਤਾ ਬੜਾ ਦੂਰ ਦਾ ਹੈ, ਸਾਨੂੰ ਮਾਲੇ ਵੱਲੋਂ ਨਿਕਲਣਾ ਪੈਣਾ। ਇਹਦੇ ਵਾਸਤੇ ਸਾਨੂੰ ਘੋੜਿਆਂ ਦੀ ਤੇ ਹਥਿਆਰਾਂ ਦੀ ਲੋੜ ਆ ਤੇ ਤੁਸੀਂ ਸੋਚੋ ਵੀ ਆਪਣੇ ਕੋਲ ਹਥਿਆਰ ਤੇ ਘੋੜੇ ਕਿੱਥੋਂ ਆਉਣ। ਤੇ ਸਾਰਿਆਂ ਨੇ ਇੱਕੋ ਹੀ ਗੱਲ ਦੱਸੀ ਆ ਕਿ ਆਪਾਂ ਇਹ ਜਿਹੜੇ ਘੋੜੇ ਤੇ ਸ਼ਸਤਰ ਆਪਾਂ ਨੂੰ ਲੱਖੂ ਦੇ ਕੋਲੇ ਮਿਲ ਸਕਦੇ ਆ, ਲਖਪਤ ਰਾਏ ਕੋਲੇ। ਸਿੰਘਾਂ ਨੇ ਕਿਹਾ ਤੇ ਕਹਿੰਦੇ ਸਿੰਘਾਂ ਦੀ ਬਹਾਦਰੀ ਵੇਖੋ ਕਿ ਉਹ ਜਿਨ੍ਹਾਂ ਦੇ ਕੋਲੋਂ ਨੱਸ ਕੇ ਆਏ ਆ ਫੇਰ ਉਹਨਾਂ ਦੇ ਉੱਤੇ ਹਮਲਾ ਕਰਨ ਵਾਸਤੇ ਤਿਆਰ ਹੋ ਗਏ ਰਾਤ ਨੂੰ। ਉਹਨਾਂ ਨੇ ਕਿਹਾ ਹੁਣ ਤੇ ਬੇਫਿਕਰੀ ਦੇ ਨਾਲ ਸਾਰੇ ਸੁੱਤੇ ਹੱਡੇ ਆ, ਆਪਾਂ ਜਾ ਕੇ ਉਹਨਾਂ ਦੇ ਉੱਤੇ ਛਾਪਾ ਮਾਰਦੇ ਆ ਤੇ ਉਹਨਾਂ ਦੇ ਕੋਲੋਂ ਹਥਿਆਰ ਤੇ ਘੋੜੇ ਖੋਹ ਕੇ ਤੇ ਫੇਰ ਵਾਪਸ ਜਿਹੜਾ ਭੱਜ ਜਾਂਦੇ ਆ। ਤੇ ਉਹਨਾਂ ਮਰਦਾਂ ਨੇ ਆਪਣਾ ਹੌਸਲਾ ਵਿਖਾਇਆ ਜਿਨ੍ਹਾਂ ਦੇ ਕੋਲੋਂ ਭੱਜੇ ਸੀ। ਫੇਰ ਉਹਨਾਂ ਦੇ ਉੱਤੇ ਰਾਤ ਨੂੰ ਸੁੱਤੇ ਪਿਆਂ ਦੇ ਉੱਤੇ ਹੱਲਾ ਬੋਲਿਆ। ਜਿਹੜੇ ਕਾਬੂ ਆਏ ਉਹਨਾਂ ਨੂੰ ਤਲਵਾਰ ਦੀ ਧਾਰ ਲੰਘਾ ਦਿੱਤਾ ਤੇ ਜੋ ਕੁਛ ਵੀ ਉਹਨਾਂ ਦੇ ਹੱਥ ਲੱਗਾ ਸਮੇਟ ਕੇ ਸਿੰਘ ਜਿਹੜੇ ਉਹ ਚੱਲਦੇ ਬਣੇ ਤੇ ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਝੱਲ ਦੇ ਵਿੱਚ ਛਪਣ ਹੋ ਗਿਆ ਤੇ ਦੂਰ ਲੰਘ ਗਿਆ। ਇਸ ਘਟਨਾ ਨੇ ਲਖਪਤ ਰਾਏ ਨੂੰ ਨਵੇਂ ਸਿਰਿਓਂ ਅੱਗ ਲਾ ਦਿੱਤੀ। ਕਿਉਂਕਿ ਉਹਦਾ ਭਰਾ ਜੇ ਮਰੇ ਨੂੰ ਥੋੜਾ ਹੀ ਚਿਰ ਹੋਇਆ ਸੀ, ਉਤਰੋਂ ਨਵਾਂ ਇਹਦਾ ਸੱਲ ਸੀਨੇ 'ਚ ਪੈ ਗਿਆ ਕਿ ਇਹਦਾ ਮੁੰਡਾ ਵੀ ਮਾਰਿਆ ਗਿਆ, ਪੁੱਤਰ ਵੀ ਇਹਦਾ ਮਾਰਿਆ ਗਿਆ। ਫਿਰ ਸਿੱਖਾਂ ਦੀ ਇਹ ਦਲੇਰੀ ਕਿ ਹਾਰ ਕੇ ਨੱਸੇ ਹੋਏ ਵੀ ਫੇਰ ਵਾਪਸ ਛਾਪਾ ਮਾਰਨ ਆ ਗਏ
ਤੇ ਲਖਪਤ ਨੇ ਮੁਲਖਈਆ ਹੋਰ ਇਕੱਠਾ ਕੀਤਾ ਤੇ ਢੋਲ ਵਜਾ ਕੇ ਝੱਲ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਭਾਲਣ ਤੇ ਲਾ ਦਿੱਤਾ ਹੈ। ਸਿੰਘਾਂ ਨੇ ਆਪਣਾ ਵਾਰ ਕਰਕੇ ਹਰਨ ਹੋਣ ਦੀ ਕੀਤੀ ਤੇ ਉਹ ਸਿੰਘ ਰਾਵੀ ਦੇ ਸੱਜੇ ਕੰਢੇ ਲਾਹੌਰ ਨੂੰ ਆ ਰਹੇ ਸਨ ਤੇ ਲਖਪਤ ਰਾਏ ਦਾ ਪਿੱਛਾ ਦਬਾਈ ਮਗਰੇ ਲਖਪਤ ਰਾਏ ਤੁਰਿਆ ਆਉਂਦਾ। ਸਿੰਘਾਂ ਨੇ ਰਾਵੀਆਂ ਪਾਰ ਹੋਣ ਦੀ ਠਾਣੀ ਆ ਤੇ ਉਹ ਦੁਪਹਿਰ ਵੇਲੇ ਰਾਵੀ ਦੇ ਕੰਢੇ ਅੱਪੜੇ ਆ। ਦੱਬ ਤੇ ਕਾਨਿਆਂ ਦੇ ਤੁੱਲੇ ਬਣਾ ਕੇ ਸਿੰਘਾਂ ਨੇ ਰਾਵੀ ਪਾਰ ਕੀਤੀ। ਘੋੜਸਵਾਰ ਜਦ ਤੱਕ ਰਾਵੀ ਟੱਪ ਕੇ ਖੱਬੇ ਪਾਸੇ ਖੜੇ ਆ ਤੇ ਜਦ ਤੱਕ ਸਾਰਾ ਜੱਥਾ ਪਾਰ ਲੰਘ ਆਇਆ। ਅਗਲੇ ਪਾਸੇ 3 ਮੀਲ ਤੱਕ ਦੀ ਜਿਹੜੀ ਸੀ ਉਹ ਬਰੇਤੀ ਭਾਵ ਰੇਤ ਸੀ ਲਗਾਤਾਰ ਅੱਗੇ ਅੱਗ ਵਾਂਗ ਉਹ ਤਪੀ ਹੋਈ ਸੀ ਤੇ ਸਿੰਘ ਪੈਦਲ ਸਨ, ਪੈਰਾਂ ਦੇ ਵਿੱਚ ਕੋਈ ਜੋੜਾ ਵੀ ਨਹੀਂ ਸੀ, ਨੰਗੇ ਪੈਰ ਸੀ ਸਿੱਖਾਂ ਦੇ ਤੇ ਸਵਾਰ ਜਿਹੜੇ ਸਨ ਘੋੜ ਸਵਾਰਿਆਂ ਦੇ ਉੱਤੇ ਉਹ ਤੇ ਸੌਖੇ ਲੰਘ ਗਏ, ਪਰ ਜਿਹੜੇ ਪੈਦਲ ਸਨ ਉਹਨਾਂ ਦੀ ਬੁਰੀ ਹਾਲ ਹੋ ਗਈ, ਪੈਰਾਂ ਤੇ ਛਾਲੇ ਪੈ ਗਏ। ਫਿਰ ਉਹਨਾਂ ਨੇ ਆਪਣੇ ਜਿਹੜੇ ਕੱਪੜੇ ਸਨ ਤਨ ਤੇ ਪਾਏ ਹੋਏ, ਸਾਡੇ ਖਾਲਸੇ ਨੇ ਧਿਆਨ ਦੇਣਾ ਸਾਧ ਸੰਗਤ, ਜਿਹੜੇ ਕੱਪੜੇ ਪਾਏ ਸੀ ਤਨ ਤੇ ਉਹਨਾਂ ਨੂੰ ਉਹਨਾਂ ਦੀਆਂ ਲੀਰਾਂ ਪਾੜ ਕੇ ਆਪਣੇ ਪੈਰਾਂ ਤੇ ਬੰਨੀਆਂ ਤੇ ਇਸ ਤਰ੍ਹਾਂ ਜਿਹੜੀ ਉਹ ਰੇਤ ਹੈ ਗਰਮ ਰੇਤ ਉਹਨੂੰ ਸਿੱਖ ਪਾਰ ਕਰਦੇ ਮੁਸੀਬਤ ਚੋਂ ਨਿਕਲੇ। ਤੇ ਹਜੇ ਥੋੜਾ ਅੱਗੇ ਨਿਕਲੇ ਹੀ ਆ ਤੇ ਰਾਮੇ ਰੰਧਾਵੇ ਦਾ ਇਲਾਕਾ ਸੀ ਅੱਗੇ। ਰਾਮਾ ਰੰਧਾਵਾ ਜਿਹੜਾ ਪਹਿਲੋਂ ਵੀ ਸਿੱਖਾਂ ਦੀ ਮੁਖਬਰੀ ਜਿਹੜੀ ਸੀ ਜ਼ਕਰੀਆ ਖਾਨ ਨੂੰ ਕਰਦਾ ਰਹਿੰਦਾ ਸੀ। ਇਸ ਰਾਮੇ ਰੰਧਾਵੇ ਦਾ ਇਲਾਕਾ ਸੀ ਤੇ ਉਹਦੀਆਂ ਧਾੜਾਂ ਜਿਹੜੀਆਂ ਸੀ ਉਹ ਸਿੱਖਾਂ ਨੂੰ ਅੱਗੇ ਮਿਲ ਪਈਆਂ ਤੇ ਜਿਹੜੇ ਲਖਪਤ ਰਾਏ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਤੋਂ ਸਿੱਖ ਨਿਕਲ ਕੇ ਆਏ ਸੀ ਉਹ ਰਾਮੇ ਦੀਆਂ ਵਾਰਾਂ ਨੇ ਰੋਕ ਲਏ। ਦੋ ਹੱਥ ਕਰਕੇ ਸਿੰਘ ਸ਼੍ਰੀ ਹਰਗੋਬਿੰਦਪੁਰੇ ਵੱਲ ਨੂੰ ਆ ਪੁੱਜੇ ਆ। ਇੱਥੋਂ ਫਿਰ ਸਿੱਖ ਜਿਹੜੇ ਆ ਬਿਆਸਾ ਦਰਿਆ ਟੱਪ ਕੇ ਦੁਆਬੇ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਦਿਨ ਕੱਟਿਆ। ਉੱਥੇ ਅਦੀਨਾ ਬੇਗ ਫੌਜ ਲੈ ਕੇ ਚੜ ਆਇਆ। ਕਿੰਨਾ ਮੁਸ਼ਕਿਲ ਹੈ ਸਾਧ ਸੰਗਤ। ਉਧਰੋਂ ਅਦੀਨਾ ਬੇਗ ਜਿਹੜਾ ਜਲੰਧਰ ਦਾ ਸੂਬੇਦਾਰ ਉਹ ਫੌਜ ਲੈ ਕੇ ਸਿੱਖਾਂ ਦੇ ਚੜ ਆਇਆ। ਉੱਥੇ ਵੀ ਸਿੰਘਾਂ ਨੂੰ ਰਹਿਣਾ ਔਖਾ ਹੋ ਗਿਆ। ਉੱਥੋਂ ਸਿੰਘ ਵਾਹੋ ਦਾਹੀ ਚੱਲੇ ਆ ਤੇ ਇੱਥੋਂ ਚੱਲਦੇ ਹੋਏ ਅਲੀਵਾਲ ਦੇ ਪਤਨੋਂ ਲੰਘ ਕੇ ਮਾਲਵੇ ਚ ਜਾ ਪੁੱਜੇ ਆ। ਸਰਦਾਰ ਜੱਸਾ ਸਿੰਘ ਕੋਟਕਪੂਰੇ, ਸਰਦਾਰ ਹਰੀ ਸਿੰਘ ਦਿਆਲਪੁਰੇ, ਸਰਦਾਰ ਨੌਧ ਸਿੰਘ ਪਤਰਾਲੇ ਵਾਲੇ ਤੇ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਦੇ ਵਿੱਚ ਜਾ ਕੇ ਡੇਰੇ ਲਾ ਲਏ ਤੇ ਸਰਦਾਰ ਸੁੱਖਾ ਸਿੰਘ ਦਾ ਜੱਥਾ ਜਿਹੜਾ ਜੈਤੋਂ ਜਾ ਉਤਰਿਆ ਹੈ ਮਾੜੀ ਕੰਬੋਕੇ ਵਾਲਿਆਂ ਦਾ, ਉੱਥੇ ਉਹਨਾਂ ਦੀ ਲੱਤ ਦੀ ਜਿਹੜੀ ਹੈ ਪੱਟੀ ਖੋਲੀ ਗਈ ਹੈ ਤੇ ਫੱਟ ਉਹਨਾਂ ਨੇ ਬਣਵਾਇਆ ਆਪਣਾ। 6 ਮਹੀਨੇ ਉਹਨਾਂ ਨੇ ਇਸੇ ਤਕਲੀਫ ਦੇ ਵਿੱਚ ਮੰਜੇ ਤੇ ਗੁਜ਼ਾਰੇ ਆ, ਪਰ ਜਦੋਂ ਲੱਤ ਠੀਕ ਹੋ ਗਈ ਇਹ ਸੂਰਮਾ ਪਹਿਲੋਂ ਵਾਂਗ ਫੇਰ ਮੁਹਿੰਮਾਂ ਤੇ ਚੜ੍ਹਨ ਲੱਗ ਪਿਆ। ਤੇ ਜਿਹੜੇ ਹੁਣ ਸਿੰਘ ਇੱਧਰ ਪਹਾੜਾਂ ਵੱਲ ਚੜ੍ਹ ਗਏ ਸਨ ਉਹਨਾਂ ਦਾ ਕੀ ਹਾਲ ਸੀ। ਉਹਨਾਂ ਨੇ ਬੜੀ ਅਖਿਆਈ ਝੱਲੀ, ਪਹਾੜੀਏ ਉਹਨਾਂ ਦੇ ਵੈਰੀ ਬਣ ਗਏ। ਜੇ ਉਹ ਇੱਕ ਥਾਂ ਤੋਂ ਰਾਤ ਬਰਾਤੇ ਨੱਸ ਕੇ ਦੂਜੇ ਥਾਂ ਜਾਂਦੇ ਤੇ ਉਹੋ ਜਿਹਾ ਸਲੂਕ ਉਹਨਾਂ ਨਾਲ ਅੱਗੇ ਹੁੰਦਾ। ਉਹਨਾਂ ਨੂੰ ਮੁੱਲ ਵੀ ਕੋਈ ਚੀਜ਼ ਨਹੀਂ ਸੀ ਦਿੰਦਾ। ਬੜੀਆਂ ਔਕੜਾਂ ਕੱਢਦੇ ਮੰਡੀ ਤੋਂ ਕੁੱਲੂ ਵਿੱਚ ਦੀ ਪਹਾੜੋਂ ਪਹਾੜੀ ਚੱਲਦੇ ਹੋਏ 5-6 ਮਹੀਨੇ ਪਿੱਛੋਂ ਇਹ ਜਿਹੜੇ ਪਹਾੜਾਂ ਵੱਲ ਨੂੰ ਚੜੇ ਸਨ ਸਿੱਖ, ਇਹ ਫਿਰ ਸਾਧ ਸੰਗਤ ਇੱਥੋਂ ਚੱਲਦੇ ਹੋਏ ਔਕੜਾਂ ਕੱਟਦੇ ਹੋਏ ਸਿੰਘ ਜਿਹੜਾ ਆ ਉਹ ਕੀਰਤਪੁਰ ਸਾਹਿਬ ਪੁੱਜਦੇ ਆ। 6 ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਸੁਨੇਹੇ ਘੱਲ ਕੇ ਇਕੱਠੇ ਹੁੰਦੇ ਆ। ਜਿਹੜੇ ਬਸੋਲੀ ਆ ਥਾਵਾਂ ਤੇ ਪਹਾੜੀਆਂ ਨੇ ਕੈਦ ਕਰ ਲਏ ਸੀ ਸਿੰਘ ਫੜਾਏ ਤੇ ਜਿਹੜੇ ਲਖਪਤ ਰਾਏ ਦੀ ਫੌਜ ਨੇ ਕੁਛ ਫੜੇ ਸਨ ਸਿੰਘ, ਉਹਨਾਂ ਸਾਰਿਆਂ ਸਿੱਖਾਂ ਨੂੰ ਬੁਰੇ ਤਸੀਹੇ ਦੇ ਕੇ ਲਾਹੌਰ ਦੇ ਕਤਲ ਕਰਕੇ ਲਾਹੌਰ ਦੇ ਦਰਵਾਜ਼ਿਆਂ ਦੇ ਉੱਤੇ ਸਿੱਖਾਂ ਦੇ ਸਿਰ ਜਿਹੜੇ ਉਹ ਟੰਗ ਦਿੱਤੇ ਗਏ, ਮਨਾਰੇ ਬਣਾ ਦਿੱਤੇ। ਇੰਨਾ ਕਤਲੇਆਮ ਸਿੱਖਾਂ ਦਾ ਜਿਹੜਾ ਸੀ ਉਹ ਕੀਤਾ ਗਿਆ। ਮਾਰਚ ਦੇ ਕਹਿੰਦੇ ਆ ਕਿ ਅਖੀਰ ਦਾ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਨੇ ਸਿੱਖਾਂ ਉੱਤੇ ਚੜ੍ਹਾਈ ਕੀਤੀ ਸੀ ਤੇ ਜੂਨ 1746 ਦੇ ਅਖੀਰ ਵਿੱਚ ਵਾਪਸ ਮੁੜਿਆ ਸੀ। ਇੰਨੇ ਸਮੇਂ ਦੇ ਵਿੱਚ 2.5 ਮਹੀਨਿਆਂ ਦੇ ਵਿੱਚ ਉਹਨੇ ਹਜ਼ਾਰਾਂ ਸਿੱਖ ਕਤਲ ਕਰ ਦਿੱਤੇ ਸੀ। ਸਿੱਖ ਇਤਿਹਾਸ ਵਿੱਚ ਇਸ ਘੱਲੂਘਾਰੇ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਤੇ ਉਸ ਸਮੇਂ ਰਤਨ ਸਿੰਘ ਭੰਗੂ ਲਿਖਦੇ ਆ ਕਿ 30-40 ਹਜ਼ਾਰ ਜਿਹੜੇ ਸਨ ਸਿੱਖ ਉਹ ਮਾਰੇ ਗਏ। 30-40 ਹਜ਼ਾਰ। 10-12 ਹਜ਼ਾਰ ਸਿੱਖ ਜਿਹੜੇ ਆ ਉਹ ਡਾਕਟਰ ਗੰਡਾ ਸਿੰਘ ਲਿਖਦੇ ਕਿ ਸ਼ਹੀਦ ਹੋ ਗਏ ਤੇ ਪਰ ਰਤਨ ਸਿੰਘ ਭੰਗੂ ਲਿਖਦੇ ਕਹੂ ਕਹੈ ਮੂਏ 40 ਹਜ਼ਾਰ, ਕਹੂ ਕਹੈ ਸਿੰਘ ਬਹੁ ਭਏ ਮਾਰ, ਕਹੂ ਕਹੈ ਸਿੰਘ 40 ਸਾਰੇ, ਤਿੰਨਵੇਂ ਬਚੇ 6-7 ਕੋ ਹਜ਼ਾਰੇ, ਕਹੂ ਕਹੈ ਦਲ ਆਹੇ 50, ਤਿੰਨਵੇਂ ਭਇਓ 40 ਹਜ਼ਾਰ ਕੋ ਨਾਸ। ਕਹਿੰਦੇ 40 ਹਜ਼ਾਰ ਉਸ ਸਮੇਂ ਸਿੱਖ ਮਾਰਿਆ ਗਿਆ, ਸ਼ਹੀਦ ਹੋ ਗਿਆ। ਤੇ
ਸਾਧ ਸੰਗਤ ਇਹ ਜਿਹੜਾ ਘੱਲੂਘਾਰਾ ਹੈ 1746 ਈਸਵੀ ਦੇ ਵਿੱਚ ਵਾਪਰਿਆ ਤੇ ਇਸ ਘੱਲੂਘਾਰੇ ਦੇ ਵਿੱਚ ਜਿਹੜਾ ਸੀ ਸਿੱਖਾਂ ਦਾ ਕਤਲੇਆਮ ਬਹੁਤ ਹੋਇਆ। ਪਰ ਇਹਨੂੰ ਛੋਟਾ ਘੱਲੂਘਾਰਾ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਤੋਂ ਬਾਅਦ ਇੱਕ ਵੱਡਾ ਘੱਲੂਘਾਰਾ ਜਿਹੜਾ ਆਉਣ ਵਾਲੇ ਦਿਨਾਂ 'ਚ ਆਪਾਂ ਪੜ੍ਹਨਾ ਹੈ, ਅਬਦਾਲੀ ਦੇ ਵੇਲੇ ਹੋਇਆ, ਕੋਪਰ ਹੀੜੇ ਦਾ ਘੱਲੂਘਾਰਾ। ਉਸ ਘੱਲੂਘਾਰੇ ਦੇ ਵਿੱਚ ਇਸ ਤੋਂ ਵੀ ਵੱਧ ਸਿੱਖ ਜਿਹੜੇ ਉਹ ਸ਼ਹੀਦ ਹੋਏ ਸਨ। ਤੇ ਘੱਲੂਘਾਰੇ ਦਾ ਜਦੋਂ ਆਪਾਂ ਅਰਥ ਪੜ੍ਹਦੇ ਹਾਂ, ਘੱਲੂਘਾਰੇ ਦਾ ਅਰਥ ਹੁੰਦਾ ਹੈ ਕਿ ਸਰਬਨਾਸ਼ ਕਰ ਦੇਣਾ ਕਿਸੇ ਕੌਮ ਦਾ ਇੱਕ ਥਾਂ ਤੇ ਇਕੱਠਿਆਂ ਕਰਕੇ, ਬਿਲਕੁਲ ਹੀ ਕਤਲੋ-ਗਾਰਤ ਕਰਕੇ ਇੱਕ ਕੌਮ ਨੂੰ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਨਾ, ਉਹਨੂੰ ਘੱਲੂਘਾਰਾ ਕਿਹਾ ਜਾਂਦਾ। ਸਰਬਨਾਸ਼ ਕਰ ਦੇਣਾ, ਬਿਲਕੁਲ ਵੀ ਉਹਨਾਂ ਦਾ ਮਲੀਆ ਮੇਟ ਕਰ ਦੇਣਾ ਕਿ ਇਹ ਜਿਹੜੀ ਆ ਬਾਅਦ ਵਿੱਚ ਸਿਰ ਹੀ ਨਾ ਚੁੱਕ ਸਕਣ। ਪਰ ਸਾਧ ਸੰਗਤ 6 ਮਹੀਨਿਆਂ ਬਾਅਦ ਹੀ ਸਿੰਘ ਅੰਮ੍ਰਿਤਸਰ ਆ ਗਏ ਸੀ ਬਾਅਦ ਵਿੱਚ, ਉਹ ਆਪਾਂ ਅੱਗੇ ਵਿਚਾਰ ਕਰਦੇ ਹਾਂ। ਫਿਰ ਕਹਿੰਦੇ ਆ ਕਿ ਇਹ ਜਿਹੜਾ ਘੱਲੂਘਾਰਾ ਵਾਪਰਿਆ ਤੇ ਇਸ 1746 ਈਸਵੀ ਚ ਵਾਪਰਿਆ ਇਹ ਘੱਲੂਘਾਰਾ। ਫਿਰ ਕਹਿੰਦੇ ਵੀ ਕੁਦਰਤ ਨੂੰ ਇਹ ਭਾਉਂਦਾ ਸੀ ਕਿ ਸਿੱਖ ਜਿਹੜੇ ਆ ਉਹ ਆਪਣਾ ਸਿਰ ਉਠਾ ਸਕਣ, ਜਿਵੇਂ ਪਰਮੇਸ਼ਰ ਨੂੰ ਭਾਉਂਦਾ ਹੈ। ਸੋ ਵਾਹਿਗੁਰੂ ਨੇ ਕੀ ਕੀਤਾ ਕਿ ਬਹਾਦਰ ਖਾਨ ਬਹਾਦਰ ਦੇ ਦੋਵਾਂ ਪੁੱਤਰਾਂ 'ਚ ਫੁੱਟ ਪਾ ਦਿੱਤੀ ਹੈ। ਸ਼ਾਹ ਨਿਵਾਜ ਖਾਨ ਜਿਹੜਾ ਮੁਲਤਾਨ ਦਾ ਸੂਬੇਦਾਰ ਸੀ, ਇਹਦਾ ਪੁੱਤਰ ਜ਼ਕਰੀਆ ਖਾਨ ਦਾ, ਉਹ ਫੌਜ ਲੈ ਕੇ 21 ਨਵੰਬਰ 1746 ਨੂੰ ਸ਼ਾਲੀਮਾਰ ਬਾਗ ਉਤਰਿਆ। ਅਦੀਨਾ ਬੇਗ, ਕੌੜਾ ਮੱਲ, ਹਮਸ਼ਤੁੱਲਾ ਖਾਂ ਵੀ ਉਹਨਾਂ ਦੇ ਨਾਲ ਆਲ ਮਿਲੇ, ਕਿਉਂਕਿ ਕੌੜਾ ਮੱਲ ਜਿਹੜੇ ਸਨ ਉਹ ਬੜੇ ਗੁੱਸੇ ਦੇ ਵਿੱਚ ਸਨ ਕਿ ਸਿੱਖਾਂ ਦਾ ਇੰਨਾ ਕਤਲੇਆਮ ਹੋਇਆ। ਇੱਥੋਂ ਤੱਕ ਵੀ ਇਤਿਹਾਸ ਲਿਖਦਾ ਹੈ ਕਿ ਜਦੋਂ ਸਿੱਖਾਂ ਨੂੰ ਕਾਹਨੂੰਵਾਨ ਦੇ ਛੰਭ ਦੇ ਵਿੱਚ ਇਸ ਪ੍ਰਕਾਰ ਕਿਸੇ ਪ੍ਰਕਾਰ ਦਾ ਕੋਈ ਰਾਸ਼ਨ ਨਹੀਂ ਸੀ ਮਿਲਦਾ, ਤੇ ਕੌੜਾ ਮੱਲ ਜੀ ਨੇ, ਜਿਨ੍ਹਾਂ ਨੂੰ ਸਾਡੇ ਸਿੱਖ ਮਿੱਠਾ ਮੱਲ ਕਹਿੰਦੇ ਸਨ, ਇਹਨਾਂ ਨੇ ਖੱਚਰਾਂ ਦੇ ਉੱਤੇ ਸੌਦਾ ਲੱਦ ਕੇ ਕਸ਼ਮੀਰ ਭੇਜਣ ਦੇ ਬਹਾਨੇ ਇਸ ਰਸਤੇ ਭੇਜਿਆ ਤੇ ਨਾਲ ਹੀ ਸਿੱਖਾਂ ਦੇ ਕੋਲ ਛੂਹ ਭੇਜ ਦਿੱਤੀ ਸੀ ਕਿ ਇਸ ਰਸਤੇ ਤੇ ਜਿਹੜਾ ਰਾਸ਼ਨ ਆ ਰਿਹਾ ਹੈ ਤੇ ਤੁਸੀਂ ਉਹਨੂੰ ਲੁੱਟ ਲਓ। ਤੇ ਸਿੱਖਾਂ ਨੇ ਲੁੱਟ ਕੇ ਤੇ ਆਪਣਾ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ ਸੀ ਇਹਨਾਂ 3 ਮਹੀਨਿਆਂ ਦੇ ਵਿੱਚ। ਸੋ ਰੌ ਵਿਚਾਰ ਇਹ ਜਾ ਕੇ ਮਿਲ ਗਏ ਨੇ ਨਿਵਾਜ ਖਾਂ ਦੇ ਨਾਲ, ਤੇ ਉਹਨਾਂ ਦੀਵਾਨ ਸੂਰਤ ਸਿੰਘ ਨੂੰ ਜਈਆ ਖਾਨ ਦੇ ਕੋਲ ਭੇਜਿਆ ਕਿ ਖਾਨ ਬਹਾਦਰ ਦੀ ਜਾਇਦਾਦ ਦੇ ਵਿੱਚੋਂ ਜਿਹੜਾ ਹਿੱਸਾ ਹੈ ਉਹ ਵੰਡ ਲਿਆ ਜਾਵੇ। ਪਰ ਜਈਆ ਖਾਨ ਨੂੰ ਆਪਣੀ ਤਾਕਤ ਤੇ ਬੜਾ ਮਾਣ ਸੀ, ਸੋ ਅੱਗੇ ਉਹ ਲੜਾਈ ਦੇ ਵਾਸਤੇ ਤਿਆਰ ਹੋ ਗਿਆ। ਉਹ ਸਣੇ ਆਪਣੇ ਨਾਲ ਉਹਨੇ ਮੋਮਨ ਖਾਨ ਨੂੰ ਲਿਆ, ਲਖਪਤ ਰਾਏ ਲਿਆ, ਮੀਰ ਨਿਆਮਤ ਖਾਂ ਲਏ ਆ, ਮੀਰ ਅਦੀਨਾ ਬੇਗ ਲਿਆ ਉਹਨੇ, ਤੇ ਇਹ ਸਾਰੇ ਮੈਦਾਨੀ ਜੰਗ 'ਚ ਆ ਗਏ। ਦੋਵਾਂ ਭਰਾਵਾਂ ਵਿੱਚ ਚੰਗੀ ਤਲਵਾਰ ਖੜਕੀ ਆ, ਪਰ ਦੋਵੇਂ ਪਾਸਿਆਂ ਜੰਗ ਦੀ ਤਿਆਰੀ ਕਿਸੇ ਦੀ ਵੀ ਨਹੀਂ ਸੀ। ਸੋ ਜਈਆ ਖਾਨ ਨੇ ਸ਼ਾਹ ਨਿਵਾਜ ਨੂੰ 6 ਲੱਖ ਰੁਪਏ ਦਿੱਤੇ ਆ ਤੇ ਸੁਲਾਹ ਕਰ ਲਈ ਆ। ਸ਼ਾਹ ਨਿਵਾਜ ਲਾਹੌਰ ਛੱਡ ਕੇ ਬਟਾਲੇ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਜਈਆ ਖਾਨ ਦਾ ਬਹੁਤ ਸਾਰਾ ਇਲਾਕਾ ਉਹਨੇ ਬਟਾਲੇ ਵੱਲ ਦਾ ਮੱਲ ਲਿਆ, ਆਪਣੇ ਅੰਦਰ ਕਰ ਲਿਆ। ਇਹ ਜਦੋਂ ਪਤਾ ਲੱਗਾ ਜਈਆ ਖਾਨ ਨੂੰ ਤੇ ਭੜਕ ਉੱਠਿਆ। ਇਹਨੇ ਲੜਾਈ ਦੀ ਫੇਰ ਤਿਆਰੀ ਕੀਤੀ ਆ, ਪਰ ਇਸ ਤੋਂ ਪਹਿਲਾਂ ਕਿ ਜਈਆ ਖਾਨ ਹਮਲਾ ਕਰ ਸਕੇ ਤੇ ਸ਼ਾਹ ਨਿਵਾਜ ਲਾਹੌਰ ਆ ਗਿਆ ਤੇ 27 ਮਾਰਚ 1747 ਈਸਵੀ ਨੂੰ ਦੋਵਾਂ ਭਰਾਵਾਂ ਦੀ ਬੜੀ ਲਹੂ ਡੋਲਵੀਂ ਲੜਾਈ ਹੋਈ ਆ। ਇਸ ਲੜਾਈ ਦੇ ਵਿੱਚ ਲਾਹੌਰ ਦਾ ਉਸ ਸਮੇਂ ਦਾ ਸੂਬੇਦਾਰ ਜਈਆ ਖਾਨ ਉਹ ਹਾਰ ਗਿਆ ਤੇ ਸ਼ਾਹ ਨਿਵਾਜ 21 ਮਾਰਚ ਨੂੰ ਲਾਹੌਰ ਵੜਿਆ ਤੇ ਉੱਥੋਂ ਦਾ ਉਹ ਸੂਬੇਦਾਰ ਬਣ ਗਿਆ। ਤੇ ਜਈਆ ਖਾਨ ਦੀਵਾਨ ਲਖਪਤ ਰਾਏ ਤੇ ਮੋਮਨ ਖਾਨ ਨੂੰ ਉਹਨੇ ਕੈਦ ਕਰ ਲਿਆ ਤੇ ਉਹਨੇ ਪੁਰਾਣੇ ਸਾਰੇ ਅਫਸਰ ਜਿਹੜੇ ਸਨ ਉਹਨਾਂ ਨੂੰ ਹਟਾ ਕੇ ਨਵੇਂ ਥਾਪ ਦਿੱਤੇ ਆ ਤੇ ਲਖਪਤ ਦੀ ਥਾਂ ਉਹਨੇ ਆਪਣਾ ਦੀਵਾਨ ਜਿਹੜਾ ਹੈ ਉਹ ਕੌੜਾ ਮੱਲ ਨੂੰ ਬਣਾਇਆ। ਕੌੜਾ ਮੱਲ ਇਹਨਾਂ ਦੇ ਸਮੇਂ ਦੇ ਵਿੱਚ ਸਿੱਖਾਂ ਨੇ ਬਹੁਤ ਪ੍ਰਫੁੱਲਤ ਹੋਏ। ਸਿੱਖ 12 ਮਿਸਲਾਂ ਵੀ ਇਹਨਾਂ ਦੇ ਕਰਕੇ ਹੀ ਬਣੀਆਂ, ਕਿਉਂਕਿ ਫਿਰ ਸਿੱਖਾਂ ਦੇ ਕਤਲੇਆਮ ਬੰਦ ਹੋ ਗਏ ਸੀ। ਸੋ ਕੌੜਾ ਮੱਲ ਜੀ ਨੂੰ ਇਹਨਾਂ ਨੇ ਦੀਵਾਨ ਲਗਾ ਦਿੱਤਾ ਹੈ ਨਿਵਾਜ ਖਾਨ ਨੇ, ਤੇ ਅਦੀਨਾ ਬੇਗ ਜਿਹੜਾ ਸੀ ਉਹਨੂੰ ਦੁਆਬੇ ਦਾ ਜਲੰਧਰ ਦਾ ਸੂਬੇਦਾਰ ਫੌਜਦਾਰ ਬਣਾ ਦਿੱਤਾ ਗਿਆ। ਸ਼ਾਹ ਨਿਵਾਜ ਨੇ ਆਪਣੇ ਰਾਜਦੂਤ ਦਿੱਲੀ ਭੇਜੇ ਆ ਬਾਦਸ਼ਾਹ ਦੇ ਕੋਲ। ਸ਼ਾਹ ਨਿਵਾਜ ਨੇ ਤੇ ਵਜ਼ੀਰ ਕੋਲ ਭੇਜਿਆ ਕਿ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਵੇ। ਤੇ ਜਈਆ ਖਾਨ ਦਿੱਲੀ ਦੇ ਵਜ਼ੀਰ ਕਮਰੂਦੀਨ ਦਾ ਜਵਾਈ ਸੀ। ਆਪਾਂ ਪਿੱਛੇ ਆਪ ਜੀ ਨੇ ਸਰਵਣ ਕੀਤਾ ਕਿ ਇਹਦਾ ਜਵਾਈ ਸੀ ਜਈਆ ਖਾਨ। ਤੇ ਵਜ਼ੀਰ ਨੇ ਸ਼ਾਹ ਨਿਵਾਜ ਨੂੰ ਲਿਖ ਕੇ ਭੇਜਿਆ ਕਿ ਪਹਿਲੋਂ ਜਈਆ ਖਾਨ ਨੂੰ ਰਿਹਾ ਕਰ ਦੇ, ਫਿਰ ਤੈਨੂੰ ਸੂਬੇਦਾਰੀ ਤੇ ਦਸਤਖਤ ਕਰਕੇ ਦੇਵਾਂਗਾ। ਅੱਗੇ ਸ਼ਾਹ ਨਿਵਾਜ ਨੇ ਲਿਖਿਆ ਕਿ ਪਹਿਲੋਂ ਮੈਨੂੰ ਸੂਬੇਦਾਰੀ ਦੀ ਸਨਦ ਭੇਜੋ, ਫਿਰ ਮੈਂ ਜਈਆ ਖਾਨ ਨੂੰ ਅੱਗੇ ਰਿਹਾ ਕਰਾਂਗਾ। ਇਸੇ ਝਗੜੇ ਦੇ ਵਿੱਚ ਕਾਫੀ ਸਮਾਂ ਜਿਹੜਾ ਹੈ ਉਹ ਲੰਘ ਗਿਆ। ਤੇ ਜਈਆ ਖਾਨ ਦੀ ਭੂਆ ਹੈ ਦਰਦਾਨਾ ਬੇਗ,
ਇਹਨਾਂ ਦੋਵਾਂ ਦੀ ਭੂਆ ਨਿਵਾਜ ਖਾਂ ਤੇ ਜਹੀਆ ਖਾਂ ਦੀ। ਤੇ ਉਸ ਵੇਲੇ ਲਾਹੌਰ ਵਿੱਚ ਸੀ ਉਹਨੇ ਇੱਕ ਵੱਡੇ ਸਾਰੇ ਬਾਲਟੀ ਜਿਹਦੇ ਵਿੱਚ ਜਹੀਆ ਖਾਂ ਨੂੰ ਲੁਕੋ ਕੇ ਤੇ ਨੌਕਰਾਂ ਨੂੰ ਚੁਕਵਾ ਕੇ ਉਹਨੂੰ ਕੈਦ ਤੋਂ ਬਾਹਰ ਨਸਾ ਦਿੱਤਾ ਹੈ। ਹੁਣ ਜਹੀਆ ਖਾਂ ਨਿਵਾਜ ਖਾਂ ਦੀ ਕੈਦ ਦੇ ਵਿੱਚੋਂ ਰਿਹਾ ਹੋ ਗਿਆ, ਭੱਜ ਗਿਆ। ਇਸ ਗੱਲ ਦਾ ਜਦੋਂ ਨਿਵਾਜ ਖਾਂ ਨੂੰ ਪਤਾ ਲੱਗਾ, ਸ਼ਾਹ ਨਿਵਾਜ ਨੂੰ, ਤੇ ਉਹਨੇ ਬੜਾ ਗੁੱਸਾ ਕੀਤਾ ਆਪਣੀ ਭੂਆ ਤੇ ਫਿਰ ਉਹਦੀ ਭੂਆ ਦਰਦਾਨਾ ਬੇਗ ਨੇ ਅੱਗੇ ਉੱਤਰ ਦਿੱਤਾ ਕਿ ਪੁੱਤਰ, ਜੇ ਜਹੀਆ ਖਾਂ ਤੈਨੂੰ ਕੈਦ ਕਰ ਲੈਂਦਾ ਤੇ ਮੈਂ ਤੇਰੇ ਨਾਲ ਵੀ ਇਸੇ ਤਰ੍ਹਾਂ ਕਰਦੀ, ਕਿਉਂਕਿ ਤੁਸੀਂ ਮੇਰੇ ਦੋਵੇਂ ਪੁੱਤਰ ਲੱਗਦੇ ਹੋ, ਤੇ ਜੇ ਉਹ ਤੈਨੂੰ ਕੈਦ ਕਰ ਲੈਂਦਾ ਮੈਂ ਤਾਂ ਵੀ ਤੈਨੂੰ ਵੀ ਭਜਾਉਣਾ ਸੀ। ਹੁਣ ਸ਼ਾਹ ਨਿਵਾਜ ਜਿਹੜਾ ਸੀ ਉਹ ਡਰਿਆ ਸੀ ਤੇ ਉਹਨੂੰ ਦਿੱਲੀ ਦੇ ਬਾਦਸ਼ਾਹ ਵੱਲੋਂ ਸੂਬੇਦਾਰੀ ਦੀ ਸਨਅਤ ਦੀ ਆਸ ਨਹੀਂ ਸੀ। ਇਸ ਕਰਕੇ ਅੰਤ ਉਸਨੇ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਆਸਰਾ ਲਿਆ ਹੈ। ਹੁਣ ਅਫਗਾਨਿਸਤਾਨ ਦਾ ਬਾਦਸ਼ਾਹ ਕੌਣ ਹੈ? ਅਬਦਾਲੀ। ਹੁਣ ਸਾਧ ਸੰਗਤ ਅਬਦਾਲੀ ਹਿੰਦੁਸਤਾਨ ਦੇ ਉੱਤੇ ਚੜ੍ਹਾਈ ਕਰਕੇ ਆਵੇਗਾ ਤੇ ਉਹ ਕਿਸ ਪ੍ਰਕਾਰ ਲੁੱਟਮਾਰ ਕਰੇਗਾ, ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੜਾਂਗੇ ਕਿ ਕਿਵੇਂ ਕਿਵੇਂ ਖਾਲਸੇ ਨੇ ਫਿਰ ਇਹ ਜਿਹੜਾ ਹੈ ਆਪਣਾ ਰਾਜ ਲਿਆ ਹੈ, ਕੀ ਹਾਲਾਤ ਜਿਹੜੇ ਉਸ ਸਮੇਂ ਬਣੇ ਸਨ, ਉਹ ਆਪਾਂ ਸਾਰੀ ਵਿਚਾਰ ਜਿਹੜੀ ਆਉਣ ਵਾਲੇ ਦਿਨਾਂ 'ਚ ਕਰਾਂਗੇ। ਸੋ ਇਸ ਪ੍ਰਕਾਰ ਸਾਧ ਸੰਗਤ ਇਹ ਜਿਹੜਾ ਛੋਟਾ ਘੱਲੂਘਾਰਾ ਹੈ ਉਹ ਵਾਪਰਿਆ ਹੈ। ਸਿੱਖਾਂ ਨੇ ਇਸ ਛੋਟੇ ਘੱਲੂਘਾਰੇ ਦੇ ਦੌਰਾਨ ਬੜਾ ਸਿੱਖਾਂ ਦਾ ਕਤਲੇਆਮ ਹੋਇਆ, ਬੜਾ ਕੁਝ ਹੋਇਆ ਹੈ, ਪਰ ਫਿਰ ਵੀ ਸਿੱਖ ਜਿਹੜੇ ਆ ਉਸੇ ਪ੍ਰਕਾਰ ਹੀ ਵਿਚਰਦੇ ਰਹੇ ਆ। ਸਿੱਖਾਂ ਨੇ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਹੈ ਉਹ ਭਾਵੇਂ ਉਹਨਾਂ ਦੇ ਉੱਤੇ ਕਿੰਨਾ ਵੀ ਕੁਝ ਹੋਇਆ, ਪਰ ਫਿਰ ਵੀ ਸਿੱਖ ਜਿਹੜੇ ਆ ਉਹ ਤਿਆਰ ਪਰ ਤਿਆਰ ਇਸ ਘੱਲੂਘਾਰੇ ਦੇ ਵਿੱਚ ਵੀ ਸਿੱਖਾਂ ਨੇ ਆਪਣੇ ਹੌਸਲੇ ਨਹੀਂ ਹਾਰੇ। ਕਹਿੰਦੇ ਆ ਕਿ ਉਸ ਤੋਂ ਬਾਅਦ ਸਿੱਖ ਜਿਹੜੇ ਆ ਫਿਰ ਭਾਵੇਂ ਲਖਪਤ ਰਾਏ ਨੇ ਕਿਹਾ ਸੀ ਕਿ ਮੈਂ ਪੂਰਨ ਤੌਰ ਤੇ ਸਿੱਖਾਂ ਨੂੰ ਮੁਕਾ ਦੇਵਾਂਗਾ, ਪਰ ਉਹਦੀ ਇਹ ਗੱਲ ਕਹਿੰਦੇ ਕਿ ਝੂਠੀ ਸਾਬਤ ਹੋਈ। 6 ਮਹੀਨੇ ਪਿੱਛੋਂ ਸਿੱਖ ਜਿਹੜੇ ਆ ਦੁਬਾਰਾ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੁੰਦੇ ਆ ਤੇ 30 ਮਾਰਚ 1747 ਨੂੰ ਅੰਮ੍ਰਿਤਸਰ ਵਿਖੇ ਫਿਰ ਸਰਬੱਤ ਖਾਲਸਾ ਇਕੱਠਾ ਹੁੰਦਾ ਹੈ ਤੇ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ। ਜਿਸ ਤੋਂ ਬਾਅਦ ਫਿਰ ਮਿਸ਼ਲਾਂ ਹੋਣ ਦੇ ਵਿੱਚ ਆਉਂਦੀਆਂ, ਜਿਨ੍ਹਾਂ ਦਾ ਕਮਾਂਡਰ ਜਥੇਦਾਰ ਬਣਦਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਤੇ ਇਕੱਠ ਗੁਰਮਤਾ ਪਾਸ ਕਰਦਾ ਹੈ ਕਿ ਹੁਣ ਸਿੱਖਾਂ ਦੀ ਪੱਕੀ ਰਾਜ ਜਿਹੜੀ ਆ ਅੰਮ੍ਰਿਤਸਰ ਵਿਖੇ ਰਾਮ ਰੌਣੀ ਕਿਲੇ ਦੇ ਵਿੱਚ ਉਸਾਰੀ ਜਾਏਗੀ। ਸੋ ਇਸ ਪ੍ਰਕਾਰ ਇਹ ਜਿਹੜਾ ਛੋਟਾ ਘੱਲੂਘਾਰਾ ਵਾਪਰਿਆ। ਇਸ ਤੋਂ ਬਾਅਦ ਸਾਧ ਸੰਗਤ ਕਿਵੇਂ ਕਿਵੇਂ ਅਬਦਾਲੀ ਆਉਂਦਾ ਹੈ, ਇਹ ਸੱਦਦਾ ਹੈ ਅਬਦਾਲੀ ਨੂੰ, ਅਫਗਾਨਿਸਤਾਨ ਦੇ ਅਬਦਾਲੀ ਨੂੰ ਸੱਦਦਾ ਹੈ ਨਿਵਾਜ ਖਾਂ, ਫਿਰ ਇਹ ਕਿਵੇਂ ਕਤਲੇਆਮ ਮਚਾਉਂਦਾ ਹੈ, ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਧ ਸੰਗਤ ਵਿਚਾਰਨਾ ਹੈ। ਸੋ ਇੱਥੇ ਹੀ ਆਪਣੀ ਇਸ ਕਲਾਸ ਦੀ ਸਮਾਪਤੀ ਹੈ ਸਾਧ ਸੰਗਤ। ਅੱਜ ਆਪਾਂ ਛੋਟੇ ਘੱਲੂਘਾਰੇ ਦੇ ਬਾਰੇ ਜਿਹੜੀ ਆ ਉਹ ਵਿਚਾਰ ਚਰਚਾ ਕੀਤੀ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।